ਸਵਾਗਤ ਕਰਦੇ ਹਾਂ ਜੀ ਧਾਲੀਵਾਲ ਕਲਾਸਿਸ ਦੇ ਵਿੱਚ ਜੋ ਮਾਸਟਰ ਕੈਡਰ ਪੰਜਾਬੀ ਨਾਲ ਸੰਬੰਧਿਤ ਚੱਲ ਰਹੀਆਂ ਨੇ। ਮਾਸਟਰ ਕੈਡਰ ਪੰਜਾਬੀ ਦੇ ਵਿੱਚ ਕੀ ਆਪਾਂ ਕੰਮ ਕਰ ਰਹੇ ਹਾਂ ਜੀ। ਅੱਜ ਦਾ ਜੋ ਵਿਸ਼ਾ ਹੈਗਾ ਜੀ ਵਾਰਤਕ ਦੇ ਨਾਲ ਸੰਬੰਧਿਤ ਚੱਲ ਰਿਹਾ ਹੈਗਾ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ, ਇਸ ਨੰਬਰ ਦੇ ਉੱਪਰ ਆਪਦਾ ਮੈਸੇਜ ਨਾਮ ਲਿਖ ਕੇ ਅਤੇ ਜੋ ਸਮੱਸਿਆ ਆ ਰਹੀ ਹੈ ਜੀ ਉਹ ਮੈਸੇਜ ਕਰ ਸਕਦਾ ਜੀ, ਅਤੇ ਕੋਸ਼ਿਸ਼ ਕਰਾਂਗੇ ਕਿ ਉਹਦੀ ਸਮੱਸਿਆ ਦਾ ਹੱਲ ਕਰ ਸਕੀਏ। ਅੱਜ ਦਾ ਵਿਸ਼ਾ ਹੈਗਾ ਜੀ ਵਾਰਤਕਾਰ ਬਲਰਾਜ ਸਾਹਨੀ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੋਇਆ ਗਾ। ਹੋਰ ਉਹਨਾਂ ਦੀ ਸਾਹਿਤ ਖੇਤਰ ਦੇ ਵਿੱਚ ਯੋਗਦਾਨ ਦੀ ਗੱਲ ਕਰਾਂਗੇ। ਇੱਕ ਵਾਰਤਕਾਰ ਦੇ ਤੌਰ 'ਤੇ ਉਹਨਾਂ ਦੀ ਕੀ ਪ੍ਰਸਿੱਧੀ ਆ ਉਸ ਦੀ ਗੱਲਬਾਤ ਕਰਾਂਗੇ। ਕਿਹੜੀਆਂ ਖਾਸ ਵਿਸ਼ੇਸ਼ਤਾ ਨੇ ਉਹਨਾਂ ਦੀਆਂ, ਲਿਖਤਾਂ ਕਿਹੜੀਆਂ ਨੇ, ਉਹਨਾਂ ਦੇ ਵਿਸ਼ੇ ਕਿਸ ਤਰ੍ਹਾਂ ਦੇ ਨੇ, ਉਹਨਾਂ ਦੀ ਵਿਚਾਰ ਚਰਚਾ ਅੱਜ ਦਾ ਵਿਸ਼ਾ ਹੋਏਗੀ। ਬਲਰਾਜ ਸਾਹਨੀ, ਉਹਨਾਂ ਦੇ ਜੇਕਰ ਆਪਾਂ ਜੀਵਨ ਕਾਲ ਦੀ ਗੱਲਬਾਤ ਕਰੀਏ 1913 ਤੋਂ ਲੈ ਕੇ 1973 ਤੱਕ ਆਪਾਂ ਨੂੰ ਵੇਖਣ ਨੂੰ ਮਿਲਦਾ। ਏ ਤੋਂ ਸਾਤਾ ਬਣ ਜਾਂਦਾ। ਸੌਖੇ ਤਰੀਕੇ ਨਾਲ ਯਾਦ ਕਰਨਾ ਸਿੰਪਲ ਜੀ ਗੱਲ ਹੈ। ਏ ਤੋਂ ਸਾਤਾ ਉਹਨਾਂ ਦੇ ਜੀਵਨ ਦਾ ਟ੍ਰਿਕ ਹੀ ਇੱਕ ਤਰੀਕੇ ਨਾਲ ਸਮਝ ਸਕਦੇ ਹੋ। ਪੰਜਾਬੀ ਸਾਹਿਤ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਬਲਰਾਜ ਸਾਹਨੀ ਦੀ, ਤਾਂ ਉਹ ਵਾਰਤਕ ਖੇਤਰ ਦੇ ਵਾਰਤਕ ਲੇਖਕ ਦੇ ਤੌਰ 'ਤੇ ਜਾਣੇ ਜਾਂਦੇ ਨੇ। ਉਹਨਾਂ ਦੀ ਇੱਕ ਪਹਿਚਾਣ ਦੀ ਗੱਲਬਾਤ ਕਰੀਏ, ਪਛਾਣ ਕਾਹਦੇ ਤੌਰ 'ਤੇ ਹੈ ਜੀ, ਇੱਕ ਫਿਲਮੀ ਕਲਾਕਾਰ ਦੇ ਤੌਰ 'ਤੇ। ਬਲਰਾਜ ਸਾਹਨੀ ਦੀ ਫਿਲਮੀ ਕਲਾ ਦਾ ਜੋ ਨਿਵੇਕਲਾਪਣ ਹੈ, ਉਸ ਦੇ ਪਰਦੇ ਦੇ ਉੱਪਰ ਦਰਸ਼ਕਾਂ ਨੇ ਮਾਣਿਆ। ਉਸ ਦੇ ਸੁੱਚੇ ਨਕਸ਼, ਨਿਵੇਕਲੀ ਲਿਖਣ ਸ਼ੈਲੀ, ਉਸ ਦੀਆਂ ਸਾਹਿਤਕ ਲਿਖਤਾਂ ਦੇ ਵਿੱਚ ਪੰਜਾਬੀ ਪਾਠਕ ਵੀ ਮਾਣਦੇ ਨੇ, ਉਹਨਾਂ ਨੇ ਮਾਣੀ ਹੈ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਸਾਹਨੀ ਦੀ ਜੋ ਜੀਵਨ ਦੇ ਉਹਨਾਂ ਪੱਖਾਂ ਨੂੰ ਪੇਸ਼ ਕਰਦੀ ਹੈ ਜਿਹੜੇ ਪੱਖ ਮਨੁੱਖ ਨੂੰ ਸੰਘਰਸ਼ ਵਿੱਚੋਂ ਮਨੁੱਖ ਬਣਦਾ ਦਿਖਾਉਂਦੇ ਹਨ। ਬਲਰਾਜ ਦੀ ਜੇਕਰ ਆਪਾਂ ਗੱਲਬਾਤ ਕਰੀਏ ਜੀ, ਉਹਨਾਂ ਨੇ ਜੀਵਨ ਦੇ ਸੰਘਰਸ਼ ਲੱਗੇ ਰਹਿੰਦੇ ਨੇ ਅਤੇ ਉਹਨੂੰ ਮਨੁੱਖ ਦਾ ਸਾਹਿਤਕਾਰ ਕਿਹਾ ਜਾਂਦਾ। ਖਾਸ ਤੌਰ 'ਤੇ ਨੋਟ ਕਰਨਾ ਜੀ, ਮਨੁੱਖ ਦਾ ਸਾਹਿਤਕਾਰ ਉਹਨਾਂ ਲਈ ਵਰਤਿਆ ਜਾਂਦਾ ਸ਼ਬਦ। ਇਸੇ ਲਈ ਉਸ ਦਾ ਸਾਹਿਤ ਖੇਤਰ ਦੇ ਵਿੱਚ ਖਾਸ ਕਰਕੇ ਜੇਕਰ ਆਪਾਂ ਗੱਲਬਾਤ ਕਰਦੇ ਹਾਂ ਨਿਬੰਧ ਅਤੇ ਸਫ਼ਰਨਾਮੇ ਦੇ ਵਿੱਚ ਮਨੁੱਖੀ ਜੀਵਨ ਨਾਲ ਇੱਕ ਸੁਰ ਵਿਖਾਈ ਦਿੰਦੇ ਆ। ਇਹ ਉਹਨਾਂ ਦੇ ਜੀਵਨ ਦੀ ਗੱਲਬਾਤ ਹੈ ਕਿ ਉਹਨਾਂ ਦੀ ਪ੍ਰਸਿੱਧੀ ਇੱਕ ਵਾਰਤਕ ਲੇਖਕ ਦੇ ਤੌਰ 'ਤੇ ਹੁੰਦੀ ਹੈ ਅਤੇ ਉਹਨਾਂ ਦੀ ਲਿਖਣ ਸ਼ੈਲੀ ਦੀ ਵਿਲੱਖਣਤਾ ਹੈਗੀ ਹੈ, ਜਿਸ ਦੇ ਕਰਕੇ ਪੰਜਾਬੀ ਪਾਠਕ ਦੇ ਉਹਨਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਆ। ਉਹਨਾਂ ਦੀ ਜੀਵਨ ਕਲਾ ਦੀ ਗੱਲਬਾਤ ਕੀਤੀ ਹੋਈ ਹੈ, ਉਹਨਾਂ ਦੇ ਮਨੁੱਖੀ ਸੰਘਰਸ਼ ਦੀ ਗੱਲਬਾਤ ਕੀਤੀ ਹੋਈ ਹੈ ਕਿ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ, ਫਿਲਮੀ ਖੇਤਰ ਦੇ ਵਿੱਚ ਆਪਦਾ ਨਾਮ ਬਣਾਇਆ, ਨਾਮਣਾ ਖੱਟਿਆ, ਉਸ ਦੀ ਗੱਲਬਾਤ ਹੁੰਦੀ ਹੈ। ਮਨੁੱਖਾਂ ਦਾ ਸਾਹਿਤਕਾਰ ਵੀ ਕਿਹਾ ਜਾਂਦਾ। ਇਸ ਤਰ੍ਹਾਂ ਦੇ ਸ਼ਬਦ ਆਪਾਂ ਨੂੰ ਵੇਖਣ ਨੂੰ ਮਿਲਦੇ। ਬਲਰਾਜ ਦਾ ਜਨਮ 1 ਮਈ 1913 ਨੂੰ ਸ੍ਰੀ ਹਰਬੰਸ ਲਾਲ ਸਾਹਨੀ ਦੀ ਅਤੇ ਮਾਤਾ ਦਾ ਨਾਂ ਸ੍ਰੀਮਤੀ ਲਕਸ਼ਮੀ ਦੇਵੀ ਦੇ ਘਰ ਰਾਵਲਪਿੰਡੀ ਪਾਕਿਸਤਾਨ ਵਿਖੇ ਹੁੰਦਾ ਜੀ। 5 ਭੈਣਾਂ ਦੇ ਮਗਰੋਂ ਹੋਇਆ ਸੀਗਾ ਜੀ। ਛੋਟੇ ਭਰਾ ਦਾ ਨਾਂ ਕੀ ਹੈਗਾ ਜੀ, ਭੀਸ਼ਮ, ਅਤੇ ਖਾਸ ਤੌਰ 'ਤੇ ਨੋਟ ਕਰ ਲੈਣਾ ਜੀ। ਇਹਨਾਂ ਦੇ ਸਾਰੇ ਭੈਣ ਭਰਾਵਾਂ ਦੀ ਗੱਲਬਾਤ ਕਰੀਏ, 7 ਭੈਣ ਭਰਾ ਸਨ। ਅਤੇ ਪਹਿਲਾ ਜੇਕਰ ਆਪਾਂ ਉਹਨਾਂ ਦੇ ਬਚਪਨ ਦੀ ਗੱਲਬਾਤ ਕਰੀਏ ਤਾਂ ਉਹਨਾਂ ਦਾ ਮੁੱਢਲਾ ਨਾਮ, ਪਹਿਲਾ ਨਾਮ ਦੀ ਗੱਲਬਾਤ ਕਰੀਏ, ਯੁਧਿਸ਼ਟਰ ਸੀਗਾ। ਇਹ ਨੋਟ ਕਰ ਲਿਓ। ਸ਼ੁਰੂ ਵਿੱਚ ਹੀ ਸੰਸਕ੍ਰਿਤ ਸਿੱਖਿਆ ਉਹਨਾਂ ਨੇ ਗੁਰੂਕੁਲ ਦੇ ਵਿੱਚੋਂ, ਉਹਨਾਂ ਨੇ ਜੋ ਭਾਸ਼ਾ ਤੋਂ ਕਹਿ ਲਓ ਜੀ ਉਕਤਾ ਗਏ ਸੀਗੇ। ਅਗਲੀ ਪੜ੍ਹਾਈ ਦੇ ਲਈ ਉਹ DAV ਸਕੂਲ ਰਾਵਲਪਿੰਡੀ ਅਤੇ ਗੌਰਮੈਂਟ ਕਾਲਜ ਲਾਹੌਰ ਦੇ ਵਿਖੇ ਉਹਨਾਂ ਨੇ ਆਰਟਸ ਦੀ ਪੜ੍ਹਾਈ ਕੀਤੀ ਹੈ। BA ਕਰਨ ਤੋਂ ਮਗਰੋਂ 1934 ਦੇ ਵਿੱਚ MA ਕਰਦੇ ਆ, ਜਿਸ ਦੀ ਆਪਾਂ ਗੱਲਬਾਤ ਕਰਾਂਗੇ ਅੱਗੇ ਜਾ ਕੇ ਡਿਟੇਲ ਦੇ ਵਿੱਚ। ਉਹਨਾਂ ਨੇ ਜੋ ਪਿਤਾ ਪੁਰਖੀ ਕੀਤਾ ਸੀਗਾ ਜੀ, ਜਿਹੜਾ ਵਪਾਰ ਦਾ, ਉਹ ਕਰਦੇ ਆ। ਕੁਝ ਸਮਾਂ ਉਹਨਾਂ ਨੇ ਪੱਤਰਕਾਰੀ ਕੀਤੀ ਹੈ, ਉਹਦੀ ਵੀ ਅੱਗੇ ਗੱਲਬਾਤ ਕਰਾਂਗੇ। 38 ਤੋਂ 40 ਤੱਕ ਉਹ ਸ਼ਾਂਤੀ ਨਿਕੇਤਨ ਦੇ ਵਿੱਚ ਹਿੰਦੀ ਦੇ ਅਧਿਆਪਕ ਰਹੇ ਆ। 40 ਤੋਂ 44 ਤੱਕ BBC ਲੰਡਨ ਦੇ ਵਿੱਚ ਉਹ ਅਨਾਊਂਸਰ ਦੇ ਵਜੋਂ ਕੰਮ ਕੀਤਾ। ਮੁੱਖ ਕਿੱਤਾ ਉਹਨਾਂ ਦਾ ਕਾਹਦਾ ਸੀ? ਐਕਟਿੰਗ ਦਾ। ਬਲਰਾਜ ਸਾਹਨੀ ਦੀ ਜੇਕਰ ਆਪਾਂ ਗੱਲਬਾਤ ਕਰੀਏ ਜੀ, ਉਹਨਾਂ ਨੇ ਨਾਟਕ ਰੁਚੀਆਂ ਅਤੇ ਵਿਚਾਰਧਾਰਾ ਕਰਕੇ ਜੀ ਉਹਨਾਂ ਨੇ ਜੋ ਕਿਹਨੂੰ ਜੁਆਇਨ ਕੀਤਾ ਸੀ ਜੀ? ਐਪਟਾ ਨੂੰ। ਐਪਟਾ ਦਾ ਮੀਨਿੰਗ ਕੀ ਹੈ ਜੀ, ਉਹ ਕਮੈਂਟ ਬਾਕਸ ਦੇ ਵਿੱਚ ਦੱਸਿਓ। 1945 ਤੋਂ ਲੈ ਕੇ ਜੀ ਆਖਰੀ ਸਮੇਂ ਤੱਕ ਉਹ ਹਿੰਦੀ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਜ਼ੋਰ ਵਿਖਾਏ ਆ ਅਤੇ ਇਸ ਖੇਤਰ ਦੇ ਵਿੱਚ ਉਹਨਾਂ ਨੇ ਹਿੰਦੀ ਖੇਤਰ ਦੇ ਫਿਲਮਾਂ ਦੇ ਖੇਤਰ ਦੇ ਵਿੱਚ ਚੰਗੀਆਂ ਨਾਮਣਾ ਖੱਟਦੇ ਆ। 13 ਅਪ੍ਰੈਲ 1977 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਜਿਹੜਾ ਹੈਗਾ ਮੌਤ ਹੁੰਦੀ ਹੈ। ਅਤੇ ਮੌਤ ਕਿੱਥੇ ਹੋਈ ਸੀਗੀ ਜੀ? ਦੇਹਾਂਤ ਕਿੱਥੇ ਹੁੰਦਾ ਗਾ? ਮੁੰਬਈ, ਮਹਾਰਾਸ਼ਟਰ ਦੇ ਵਿੱਚ। ਖਾਸ ਤੌਰ 'ਤੇ ਨੋਟ ਕਰਿਓ। ਆਪਦੀਆਂ ਕਈ ਅੰਗਰੇਜ਼ੀ ਕਵਿਤਾਵਾਂ ਦੀ ਗੱਲਬਾਤ ਹੁੰਦੀ ਹੈ। ਕਾਲਜ ਦੇ ਮੈਗਜ਼ੀਨ ਕਿਹੜਾ ਸੀਗਾ ਜੀ? ਉਹਦਾ ਨਾਮ ਰਾਵੀ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਨੇ। ਸਕੂਲ ਦੇ ਦਿਨਾਂ ਵਿੱਚ ਉਹਨਾਂ ਨੇ ਇੱਕ ਸਾਹਿਤਕ ਮੈਗਜ਼ੀਨ ਕੱਢਿਆ ਸੀ, ਜਿਸ ਦਾ ਨਾਂ ਕੀ ਸੀਗਾ? ਹਕੀਕਤ। ਖਾਸ ਤੌਰ 'ਤੇ ਨੋਟ ਕਰਿਓ, ਅੰਗਰੇਜ਼ੀ ਦੀਆਂ ਕਵਿਤਾਵਾਂ ਰਾਵੀ ਦੇ ਵਿੱਚ ਛਪਦੀਆਂ ਅਤੇ ਸਕੂਲ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਸਾਹਿਤਕ ਮੈਗਜ਼ੀਨ ਕੱਢਿਆ ਸੀਗਾ ਜੀ ਹਕੀਕਤ, ਉਸ ਦੀ ਗੱਲਬਾਤ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲਬਾਤ ਕਰੀਏ ਦਵਿੰਦਰ ਸਥਾਰਥੀ ਨਾਲ ਮਿਲ ਕੇ ਉਹਨਾਂ ਨੇ
ਇੱਕ ਪਰਚਾ ਕੱਢਿਆ ਸੀਗਾ, ਜਿਸ ਦੀ ਯੋਜਨਾ ਬਣਾਉਂਦੇ ਆ ਕੰਗ ਪੋਸਟ ਦੀ, ਪਰੰਤੂ ਉਹ ਕੀ ਹੁੰਦੇ ਆ, ਯੋਜਨਾ ਸਫਲ ਨਹੀਂ ਹੁੰਦੀ ਅਤੇ ਇਹ ਜਿਹੜਾ ਪਰਚਾ ਨਹੀਂ ਕੱਢ ਪਾਉਂਦੇ। ਪਰੰਤੂ ਫਿਰ ਉਹ ਇੱਕ ਮੰਡੇ ਮਾਰਨਿੰਗ ਨਾਂ ਦਾ ਇੱਕ ਸਾਪਤਾਹਿਕ ਅਖਬਾਰ ਕੱਢਦੇ ਆ। ਇਹ ਕਿਹਨਾਂ ਨਾਲ ਮਿਲ ਕੇ ਕੱਢਿਆ ਸੀ, ਉਹਨਾਂ ਨੇ ਆਪਣੀ ਪਤਨੀ ਹੈ ਜੋ ਜੀ ਦਮਯੰਤੀ ਦੇ ਨਾਲ ਮਿਲ ਕੇ ਕੱਢਦੇ ਆ। ਖਾਸ ਤੌਰ 'ਤੇ ਨੋਟ ਕਰਨ ਵਾਲੀ ਗੱਲ ਹੈ। 1936 ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ ਜੀ ਦਮਯੰਤੀ ਦੇ ਨਾਲ। ਛੋਟਾ ਨਾਂ ਦਮੋ ਜੀ ਨਾਲ ਹੁੰਦਾ, ਬੇਟੀ ਦਾ ਨਾਂ ਸਬਨਮ ਅਤੇ ਬੇਟੇ ਦਾ ਨਾਮ ਜੀ ਪ੍ਰੀਕਸ਼ਤ ਸਾਹਨੀ, ਜਿਹਨਾਂ ਨੂੰ ਤੁਸੀਂ ਬਹੁਤ ਸਾਰੇ TV ਸੀਰੀਅਲਾਂ ਫਿਲਮਾਂ ਦੇ ਵਿੱਚ ਵੇਖਿਆ ਹੋਏਗਾ ਜੀ। ਅਗਰ ਜੇਕਰ ਆਪਾਂ ਗੱਲਬਾਤ ਕਰੀਏ ਜੀ 1947 ਦੇ ਵਿੱਚ ਉਹਨਾਂ ਦੀ ਪਤਨੀ ਦੀ ਮੌਤ ਹੁੰਦੀ ਜੀ ਦਮਯੰਤੀ ਦੀ, ਅਤੇ ਉਸ ਤੋਂ ਬਾਅਦ ਉਹ 49 ਦੇ ਵਿੱਚ ਸੰਤੋਸ਼ ਦੇ ਨਾਲ ਦੂਜਾ ਵਿਆਹ ਕਰ ਲੈਂਦੇ ਆ। ਮੁੱਖ ਤੌਰ 'ਤੇ ਇੱਕ ਅਦਾਕਾਰਾ ਸੀਗਾ ਜੀ, ਪੰਜਾਬੀ ਬੋਲੀ ਦੇ ਨਾਲ ਉਹਨਾਂ ਦਾ ਅਥਾਹ ਪਿਆਰ ਸੀ। ਇਸੇ ਕਰਕੇ ਉਹਨਾਂ ਨੇ ਧਰਤੀ ਦੇ ਲਾਲ ਨਾਮਕ ਫਿਲਮ ਵਿੱਚ ਅਦਾਕਾਰੀ ਦੀ ਸ਼ੁਰੂਆਤ ਕਰਦੇ ਆ। ਅਸਲ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ, ਆਪ ਨੂੰ ਪਹਿਲੀ ਫਿਲਮ ਜੋ ਪ੍ਰਸਿੱਧ ਹੁੰਦੀ ਹੈ 1953 ਵਿੱਚ 2 ਬਿਘਾ ਜ਼ਮੀਨ। ਉਹਨਾਂ ਦੀਆਂ ਪ੍ਰਸਿੱਧ ਯਾਦਗਾਰੀ ਫਿਲਮਾਂ ਦੀ ਗੱਲਬਾਤ ਕਰਦੇ ਹਾਂ ਜੀ, ਕਾਬਲੀਵਾਲਾ, 2 ਬਿਘਾ ਜ਼ਮੀਨ, ਹਮ ਲੋਗ, ਹੀਰਾ ਮੋਤੀ, ਪਵਿੱਤਰ ਪਾਪੀ। ਇਹ ਉਹਨਾਂ ਦੀਆਂ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ, ਯਾਦਗਾਰੀ ਫਿਲਮਾਂ ਦੇ ਤੌਰ 'ਤੇ ਨਾਂ ਲਿਆ ਜਾਂਦਾ ਜੀ ਉਹਨਾਂ ਦਾ। ਅਦਾਕਾਰੀ ਤੋਂ ਇਲਾਵਾ ਜੀ ਉਹਨਾਂ ਨੇ ਨਿਬੰਧ, ਸੰਸਮਰਨ, ਸਫ਼ਰਨਾਮਾ, ਡਾਇਰੀ, ਨਾਟਕ, ਕਾਵਿ ਖੇਤਰ ਦੇ ਵਿੱਚ ਵੀ ਉਹਨਾਂ ਨੇ ਕਲਮ ਅਜ਼ਮਾਈ ਆ ਜੀ। ਖਵਾਜਾ ਅਹਿਮਦ ਅਵਾਸ ਦੀ ਗੱਲਬਾਤ ਕਰੀਏ ਅਤੇ ਗਾਰਗੀ ਦੇ ਵਰਗੇ ਜੋ ਪ੍ਰਸਿੱਧ ਲੇਖਕਾਂ ਦੇ ਨਾਲ ਉਹਨਾਂ ਨੇ ਰੰਗਕਰਮੀਆਂ ਨਾਲ ਮਿਲ ਕੇ ਜੀ ਐਪਟਾ, ਜਿਸ ਦੀ ਆਪਾਂ ਗੱਲਬਾਤ ਕੀਤੀ ਸੀ ਜੀ, ਉਹ ਨੋਟ ਕਰ ਲੈਣ, ਪੱਕੇ ਪੈਰੀ ਖੜਾ ਕੀਤਾ। ਆਪ ਦੀ ਕਲਮ ਪ੍ਰਗਤੀਵਾਦੀ ਧਾਰਨਾ 'ਤੇ ਚੱਲਦੇ ਹੋਏ ਗਰੀਬਾਂ, ਅਣਹੋਇਆਂ ਅਤੇ ਮਜ਼ਲੂਮਾਂ ਦੀ ਆਵਾਜ਼ ਬਣਦੀ ਹੈ। ਉਹਨਾਂ ਦੀਆਂ ਰਚਨਾਵਾਂ ਇਸ ਤਰੀਕੇ ਨਾਲ ਸੀ ਕਿ ਉਹ ਗਰੀਬਾਂ, ਅਣਹੋਇਆਂ ਅਤੇ ਮਜ਼ਲੂਮਾਂ ਦੇ ਲਈ ਆਵਾਜ਼ ਉਠਾਉਂਦੇ ਨੇ। ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ ਉਹਨਾਂ ਨੇ। ਸ਼ਾਂਤੀ ਨਿਕੇਤਨ ਦੇ ਵਿੱਚ ਕਾਫੀ ਸਮਾਂ ਉਹਨਾਂ ਨੇ ਅਧਿਆਪਨ ਕੀਤਾ, ਜਿਸ ਦੀ ਆਪਾਂ ਗੱਲਬਾਤ ਕਰ ਚੁੱਕੇ ਹਾਂ ਜੀ। ਅਧਿਆਪਨ ਕਾਰਜ ਤੋਂ ਇਲਾਵਾ ਜੀ ਉਹਨਾਂ ਨੇ ਕੱਪੜੇ ਦਾ ਵਪਾਰ ਵੀ ਕੀਤਾ, ਜਿਸ ਦੀ ਆਪਾਂ ਗੱਲਬਾਤ ਕਰਦੇ ਹਾਂ। ਨਵੀਂ ਤਾਲੀਮ ਜੋ ਪਰਚੇ ਦੀ ਗੱਲਬਾਤ ਹੁੰਦੀ ਹੈ ਜੀ, ਸੰਪਾਦਕੀ ਬੋਰਡ ਦੇ ਵਿੱਚ ਕੰਮ ਕੀਤਾ, BBC ਪੱਤਰਕਾਰੀ ਅਤੇ ਉਦਘੋਸ਼ਣਾ ਦਾ ਕਾਰਜ ਵੀ ਕੀਤਾ ਜੀ। ਖਾਸ ਤੌਰ 'ਤੇ ਨੋਟ ਕਰਿਓ ਜੀ, ਉਦਘੋਸ਼ਣਾ ਕਿਸ ਚੀਜ਼ ਨੂੰ ਕਹਿੰਦੇ ਆ, ਕਮੈਂਟ ਬਾਕਸ 'ਚ ਦੱਸਿਓ ਜੀ। ਆਰਸੀ ਅਤੇ ਪ੍ਰੀਤ ਲੜੀ ਦੇ ਰਸਾਲਿਆਂ ਦੇ ਵਿੱਚ ਆਪ ਜੀ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਗਾਤਾਰ ਹੀ ਛਪਦੀਆਂ ਰਹੀਆਂ ਨੇ। ਇਹ ਖਾਸ ਤੌਰ 'ਤੇ ਨੋਟ ਕਰਨ ਵਾਲੀ ਗੱਲ ਹੈ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਜਿਹੜੇ ਮਾਣ ਸਨਮਾਨ ਕਿਹੜੇ ਉਹਨਾਂ ਨੂੰ ਮਾਣ ਸਨਮਾਨ ਮਿਲੇ ਨੇ ਜੀ। 1969 ਦੀ ਗੱਲਬਾਤ ਕਰੀਏ ਜੀ, ਉਹਨਾਂ ਨੂੰ ਪਦਮ ਸ਼੍ਰੀ ਇਨਾਮ ਦੇ ਨਾਲ ਨਵਾਜਿਆ ਗਿਆ। ਕਿਹਨਾਂ ਨੇ ਦਿੱਤਾ ਸੀਗਾ ਜੀ ਪਦਮ ਸ਼੍ਰੀ, ਕੌਣ ਦਿੰਦਾ ਜੀ? ਭਾਰਤ ਸਰਕਾਰ। 1971 ਦੀ ਗੱਲਬਾਤ ਕਰੀਏ ਜੀ, ਪੰਜਾਬ ਸਰਕਾਰ ਦੇ ਵੱਲੋਂ ਸ਼੍ਰੋਮਣੀ ਲੇਖਕ ਦਾ ਉਹਨਾਂ ਨੂੰ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਜੀ ਉਹਨਾਂ ਦੀ ਰਚਨਾ ਹੈਗਾ ਮੇਰਾ ਰੂਸੀ ਸਫ਼ਰਨਾਮਾ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਦੇ ਨਾਲ ਨਵਾਜਿਆ ਗਿਆ। ਇਹ ਉਹਨਾਂ ਨੂੰ ਕੁਛ ਪ੍ਰਸਿੱਧ ਇਨਾਮ ਸੀਗੇ ਜਿਹੜੇ ਲੇਖਣੀ ਦੇ ਕਰਕੇ ਮਿਲੇ ਆ, ਬਾਕੀ ਤਾਂ ਹੋਰ ਉਹਨਾਂ ਨੂੰ ਫਿਲਮਾਂ ਦੇ ਕਰਕੇ ਹੋਰ ਬਹੁਤ ਸਾਰੇ ਅਵਾਰਡ ਮਿਲੇ ਹੋਏ ਆ, ਉਹਨਾਂ ਦੀ ਨਹੀਂ ਆਪਾਂ ਗੱਲ ਕਰ। ਰਾਜ ਦੀਆਂ ਫਿਲਮਾਂ ਦੀ ਗੱਲਬਾਤ ਕਰਦੇ ਹਾਂ ਜੀ ਕਿ ਪ੍ਰਮੁੱਖ ਕਿਹੜੀਆਂ ਫਿਲਮਾਂ ਨੇ, ਕੁਛ ਦੇ ਨਾਮ ਲਿਖੇ ਹੋਏ ਜੀ, ਤੁਸੀਂ ਨੋਟ ਕਰ ਲੈਣਾ। ਜਸਟਿਨ, ਦੂਰ ਚਲੇ, ਗੁੰਜਨ, ਹਲਚਲ, ਹਮ ਲੋਗ, 2 ਬਿਘਾ ਜ਼ਮੀਨ ਜੋ ਪ੍ਰਸਿੱਧ ਹੈ ਜੀ, ਬਾਜੂਬੰਦ, ਭਾਬੀ, ਬਦਨਾਮ, ਔਲਾਦ, ਹੀਰਾ ਮੋਤੀ, ਗਰਮਕੋਟ, ਰਾਹੀ, ਦੁਨੀਆ, ਪਰਦੇਸੀ, ਹਕੀਕਤ, ਸੀਮਾ, ਅਨੁਰਾਧਾ, ਵਕਤ, ਤਲਾਸ਼, ਏਕ ਫੂਲ ਦੋ ਮਾਲੀ, ਪਰਾਇਆ ਧਨ, ਛੋਟੀ ਬਹਿਨ, ਗਰਮ ਹਵਾ, ਨੌ ਨਿਹਾਲ, ਅਮਾਨਤ, ਭਾਬੀ ਕੀ ਚੂੜੀਆਂ, ਪਵਿੱਤਰ ਪਾਪੀ। ਇਹ ਕੁਛ ਫਿਲਮਾਂ ਦੇ ਨਾਮ ਲਿਖੇ ਨੇ ਜੀ। ਕੁਛ ਪਹਿਲਾਂ ਯਾਦਗਾਰੀ ਫਿਲਮਾਂ ਦੇ ਨਾਂ ਤੁਹਾਨੂੰ ਪਹਿਲਾਂ ਨੋਟ ਕਰਾ ਚੁੱਕਿਆ ਜੀ। ਇਹ ਕੁਛ ਹੋਰ ਫਿਲਮਾਂ ਦੇ ਨਾਮ ਨੋਟ ਕਰ ਲਿਓ ਜੀ। ਟੋਟਲ ਜੇਕਰ ਆਪਾਂ ਫਿਲਮਾਂ ਦੀ ਗੱਲਬਾਤ ਕਰੀਏ ਜੀ, ਇਹਨਾਂ ਨੇ 100-125 ਤੋਂ ਕਰੀਬ ਉੱਪਰ ਫਿਲਮਾਂ ਵਿੱਚ ਕੰਮ ਕੀਤਾ। 135 ਕਈ ਵਾਰ ਗਿਣਤੀ ਕਰਦੇ ਆ ਜੀ, ਕਈ ਵਾਰ 135 ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਇਹ ਖਾਸ ਤੌਰ 'ਤੇ ਨੋਟ ਕਰ ਲਿਓ। ਰਾਜ ਦੀਆਂ ਜੇਕਰ ਆਪਾਂ ਰਚਨਾਵਾਂ ਦੀ ਗੱਲਬਾਤ ਕਰੀਏ ਜੀ, ਉਹਨਾਂ ਦੇ ਬਾਰੇ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ। ਕਿਹੜੀਆਂ ਰਚਨਾਵਾਂ? ਵੇਟਰ ਦੀ ਵਾਰ ਕਾਵਿ ਸੰਗ੍ਰਹਿ ਜੀ, ਖਾਸ ਤੌਰ 'ਤੇ ਨੋਟ ਕਰਿਓ 1976 ਦੇ ਵਿੱਚ। ਕੀ ਇਹ ਸੱਚ ਹੈ ਬਾਪੂ, ਜੋ ਉਹਨਾਂ ਦਾ ਨਾਟਕ ਸੀਗਾ ਜੀ ਪੂਰਾ। ਉਸ ਤੋਂ ਬਾਅਦ ਸਿਨੇਮਾ ਅਤੇ ਸਟੇਜ ਦੀ ਗੱਲਬਾਤ ਹੁੰਦੀ ਹੈ ਜੀ, ਜੋ ਲੇਖ ਸੰਗ੍ਰਹਿ 1974 ਦੇ ਵਿੱਚ। ਇਤਿਹਾਸ ਦੀ ਪੈੜ ਲੇਖ ਸੰਗ੍ਰਹਿ ਜੀ 79 ਦੇ ਵਿੱਚ। ਕਾਮੇ ਲੇਖ ਸੰਗ੍ਰਹਿ ਜੀ, ਇਹ ਵੀ 84 ਦੇ ਵਿੱਚ। ਯਾਦਾਂ ਦੀ ਕਰਨੀ ਜੋ ਸੰਸਮਰਨ ਹੈ ਜੀ, ਖਾਸ ਤੌਰ 'ਤੇ ਨੋਟ ਕਰਿਓ। ਇੱਕ ਸਫ਼ਰ, ਇੱਕ ਦਾਸਤਾਨ ਨਾਵਲ ਹੈ ਉਹਨਾਂ ਦਾ ਜੀ। ਮੇਰੀ ਗੈਰ ਜਜ਼ਬਾਤੀ, ਮੇਰਾ ਰੂਸੀ ਸਫ਼ਰਨਾਮਾ ਜੀ 67 ਦੇ ਵਿੱਚ। ਮੇਰਾ ਪਾਕਿਸਤਾਨੀ ਸਫ਼ਰਨਾਮਾ ਜੀ, 2 ਉਹਨਾਂ ਦੇ ਸਫ਼ਰਾਂ ਨੇ 69 ਦੇ ਵਿੱਚ, 2 ਸਾਲਾਂ ਬਾਅਦ ਇਸ ਤੋਂ। ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਨਾਮ ਹੈ ਜੀ, ਖਾਸ ਤੌਰ 'ਤੇ ਨੋਟ ਕਰਿਓ। ਯਾਦਾਂ ਅਤੇ ਝਰੋਖੇ ਲੇਖ ਸੰਗ੍ਰਹਿ ਹੈ ਜੀ। ਅਥਰੂ
ਤੇ ਲੋਹੇ ਦੇ ਹਾਥੀ ਜੀ ਆਦਿ ਇਹ ਉਹਨਾਂ ਦੀਆਂ ਕੁਝ ਹੋਰ ਵੀ ਰਚਨਾਵਾਂ ਹੋਣਗੀਆਂ ਜੀ, ਜਿਨ੍ਹਾਂ ਦੇ ਬਾਰੇ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ। ਯਾਦਾਂ ਦੀ ਕਰਨੀ ਜੋ ਉਹਨਾਂ ਦੀ ਰਚਨਾ ਹੈਗੀ ਆ ਉਸ ਦੀ ਗੱਲਬਾਤ ਕਰਨੇ ਆ ਜੀ। ਸੰਸਮਰਨ 11 ਇਹਦੇ ਵਿੱਚ ਸੰਕਲਿਤ ਕੀਤੇ ਨੇ, ਹਰ ਸੰਸਮਰਨ ਦੀ ਗੱਲਬਾਤ ਕੀਤੀ ਹੈ। ਇਹਦੇ ਵਿੱਚ ਅਜਿਹੇ ਨਾ ਭੁੱਲਣਯੋਗ ਯਾਦਾਂ ਦੀ ਗੱਲਬਾਤ ਕੀਤੀ ਹੋਈ ਹੈ, ਉਹਨਾਂ ਨੂੰ ਪੇਸ਼ ਕੀਤਾ ਗਾ। ਉਹਨਾਂ ਦੇ ਨਾਮ ਜੇਕਰ ਆਪਾਂ ਗੱਲਬਾਤ ਕਰੀਏ 11 ਦੇ, ਭਰੇ ਦੀ ਯਾਦ, ਉਸ ਤੋਂ ਬਾਅਦ ਇੱਕ ਮਿੱਠੀ ਯਾਦ, ਟੈਗੋਰ, ਕੁਝ ਯਾਦਾਂ, ਸ਼ਾਂਤੀ ਨਿਕੇਤਨ ਦੀ ਇੱਕ ਯਾਦ, ਯਾਦ ਹੀਰੋ ਬਣਨ ਦੀ, ਮੈਂ ਡਾਇਰੈਕਟਰ ਬਣਿਆ ਜੀ, ਇਸ ਦੇ ਨਾਲ ਸੰਬੰਧਿਤ ਹੈ ਉਹਨਾਂ ਦੀ ਯਾਦ ਜੀ। ਰੱਖੜੀ ਵਾਲੇ ਦਿਨ ਦੀ ਇੱਕ ਯਾਦ ਹੈਗੀ ਆ ਉਹਨਾਂ ਨੂੰ। ਕਸ਼ਮੀਰ ਦੀ ਯਾਤਰਾ ਨਾਲ ਸੰਬੰਧਿਤ ਇੱਕ ਯਾਦ ਹੈਗੀ ਆ ਜੀ। ਪਹਿਲੀ ਸ਼ੂਟਿੰਗ ਦੀ ਯਾਦ, ਪਿੰਡ ਦੀ ਯਾਦ, ਰੂਸ ਦੀ ਯਾਦ। ਇਸੇ ਤਰੀਕੇ ਨਾਲ ਜੋ ਯਾਦਾਂ ਨੇ ਜੀ, ਉਹ 11 ਯਾਦਾਂ ਨੇ ਜੀ, ਉਹ ਉਹਨਾਂ ਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਹੋਈ ਹੈ ਸੰਸਮਰਨ ਦੇ ਰੂਪ ਵਿੱਚ। ਯਾਦਾਂ ਦੀ ਕਰਨੀ ਇਹਦਾ ਨਾਮ ਰੱਖਿਆ ਗਿਆ ਸੀ, ਇਹ ਨੋਟ ਕਰ ਲੈਣਾ ਜੀ ਕਿਹੜੀਆਂ ਕਿਹੜੀਆਂ ਯਾਦਾਂ ਨੇ। ਕਾਮੇ ਦੀ ਗੱਲਬਾਤ ਕਰਦੇ ਹਾਂ ਜੀ। ਕਾਮੇ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਜੀ। ਇਹ ਇੱਕ ਲੇਖ ਸੰਗ੍ਰਹਿ ਜਿਸ ਦੀ ਆਪਾਂ ਗੱਲਬਾਤ ਕਰ ਚੁੱਕੇ ਹਾਂ। 13 ਲੇਖ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ। ਇਹਨਾਂ ਦੇ ਵਿੱਚ ਉਹਨਾਂ ਦੀ ਅਦਾਕਾਰੀ, ਪੱਤਰਕਾਰੀ, ਯੁਵਾ ਅਵਸਥਾ ਦੀ ਗੱਲਬਾਤ ਕੀਤੀ ਹੈ, ਸੰਬੰਧਿਤ ਵੇਰਵੇ ਆਪਾਂ ਨੂੰ ਵੇਖਣ ਨੂੰ ਮਿਲਦੇ। ਇਹਦੇ ਵਿੱਚ 13 ਲੇਖ ਨੇ ਜੀ। 13 ਲੇਖਾਂ ਦੇ ਜੋ ਵਿਸ਼ੇ ਨੇ ਜੀ ਉਹਨਾਂ ਦੀ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਕਰ ਰਹੇ ਹਾਂ ਜੀ। ਪਹਿਲਾ ਹੈਗਾ ਜੀ ਇੱਕ ਘਟਨਾ, ਜੋ ਉਹਨਾਂ ਦਾ ਲੇਖ ਹੈ ਉਸ ਦੇ ਵਿੱਚ ਵਿਸ਼ਾ ਕਿਸ ਤਰ੍ਹਾਂ ਉਸ ਦੀ ਗੱਲਬਾਤ ਕਰਦੇ ਹਾਂ। ਜੋ ਰਾਵਲਪਿੰਡੀ ਤੋਂ ਕਸ਼ਮੀਰ ਦੀ ਯਾਤਰਾ ਨਾਲ ਸੰਬੰਧਿਤ ਹੈ, ਰੌਚਕ ਸਮਾਚਾਰ ਨੂੰ ਬਿਆਨ ਕਰਦਾ, ਖਾਸ ਤੌਰ 'ਤੇ ਨੋਟ ਕਰਿਓ ਜੀ। ਇਸ ਲੇਖ ਦੇ ਰਾਹੀਂ ਦਰਸਾਇਆ ਗਿਆ ਕਿ ਆਜ਼ਾਦ ਕੌਮਾਂ ਦੇ ਲੋਕ ਦੀ ਅਗਵਾਈ ਕਰਨ ਦੇ ਯੋਗ ਹੁੰਦੇ ਨੇ। ਜੇਕਰ ਆਪਾਂ ਗੱਲਬਾਤ ਕਰੀਏ ਜੀ, ਆਜ਼ਾਦ ਕੰਮ ਕਰਦੇ ਨੇ ਜੀ ਲੋਕ, ਉਹ ਕਹਿ ਲਓ ਜੀ ਆਜ਼ਾਦ ਕੌਮਾਂ ਦੀ ਅਗਵਾਈ ਕਰ ਸਕਦੇ ਆ। ਜਿਹੜੇ ਗੁਲਾਮ ਲੋਕ ਨੇ ਜੀ, ਉਹਨਾਂ ਦੀ ਮਾਨਸਿਕਤਾ ਦੀ ਗੱਲਬਾਤ ਕਰੀਏ, ਉਹ ਕੀ ਹੋ ਚੁੱਕੀ ਹੈ, ਗੁਲਾਮ ਬਣ ਚੁੱਕੀ ਹੈ। ਉਹਨਾਂ ਦੇ ਵਿੱਚ ਉਹ ਗੁਣ ਨਹੀਂ ਵੇਖਣ ਨੂੰ ਮਿਲਦਾ ਅਤੇ ਭੇਡ ਚਾਲ ਨੂੰ ਹੀ ਹਮੇਸ਼ਾ ਸੁਰੱਖਿਅਤ ਸਮਝਦੇ ਨੇ। ਉਹ ਨਵਾਂ ਰਾਹ ਤਿਆਰ ਕਰਨ ਦੀ ਕੋਈ ਗੱਲਬਾਤ ਨਹੀਂ ਕਰਦੇ। ਉਸ ਤੋਂ ਬਾਅਦ ਗੱਲਬਾਤ ਕਰੀਏ ਜੀ ਇੱਕ ਮਿੱਠੀ ਯਾਦ, ਉਹਨਾਂ ਦੀ ਅਗਲੀ ਰਚਨਾ ਦੀ ਗੱਲਬਾਤ ਕਰ ਰਹੇ ਹਾਂ ਜੀ। ਕਿਹਦੇ ਵਿੱਚ, ਕਾਹਦੇ ਨਾਲ ਸੰਬੰਧਿਤ ਹੈ? ਕਾਮੇ ਦੇ ਵਿੱਚ। ਅਗਲਾ ਲੇਖ ਦੂਜਾ ਜੀ ਇੱਕ ਮਿੱਠੀ ਯਾਦ। ਇਸ ਲੇਖ ਦੇ ਵਿੱਚ ਬਲਾਜ ਨੇ ਜੀ ਮੁੰਬਈ ਦੇ ਇੱਕ ਨੌਜਵਾਨ ਮਕੈਨਿਕ ਦੇ ਕਿਰਦਾਰ ਦੇ ਉੱਪਰ ਗੱਲਬਾਤ ਕਰੀਏ ਜੀ, ਰੌਸ਼ਨੀ ਪਾਈ। ਲੇਖ ਨੇ ਮਜ਼ਦੂਰ ਅਤੇ ਕਾਮਿਆਂ ਦੇ ਪੱਖ ਨੂੰ ਬਿਆਨ ਕੀਤਾ, ਜੋ ਕਿੱਤਾ ਗਤਾਂ ਦੇ ਭਾਵਾਂ ਨੂੰ ਇਜ਼ਹਾਰ ਕਰ ਰਿਹਾ ਗਾ। ਜੇਕਰ ਜੋ ਇਸ ਤਰ੍ਹਾਂ ਦਾ ਕਿੱਤਾ ਕਰਦੇ ਆ ਜੀ, ਮਕੈਨਿਕ ਵਗੈਰਾ ਦਾ, ਮਜ਼ਦੂਰਾਂ ਦੀ, ਕਾਮਿਆਂ ਦੀ ਗੱਲਬਾਤ ਉਹਨਾਂ ਨੇ ਇਸ ਦੇ ਰਾਹੀਂ ਪੇਸ਼ਕਾਰੀ ਕੀਤੀ ਹੈ। ਕੁੱਤਿਆਂ ਦੀ ਲੜਾਈ ਜੀ, ਇਸ ਲੇਖ ਦੀ ਆਪਾਂ ਗੱਲਬਾਤ ਕਰੀਏ ਜੀ, ਇਸ ਦੇ ਰਾਹੀਂ ਕੀ ਸੰਦੇਸ਼ ਦਿੱਤਾ ਗਿਆ ਜੀ। ਜਿਸ ਤਰ੍ਹਾਂ ਕਹਿ ਲਓ ਜੀ ਕੁੱਤਿਆਂ ਦੇ ਮਾਲਕ ਆਪਣੇ ਮਨੋਰੰਜਨ ਦੇ ਲਈ, ਆਪਣੇ ਸਵਾਰਥ ਦੇ ਲਈ ਕੁੱਤਿਆਂ ਦੀ ਲੜਾਈ ਕਰਵਾਉਂਦੇ ਆ, ਉਸੇ ਤਰ੍ਹਾਂ ਹੀ ਕਹਿੰਦੇ ਜੀ ਸੱਤਾ ਸੰਭਾਲੀ ਲੋਕ ਨੇ, ਜੋ ਰਾਜਸੀ ਲੋਕ ਨੇ ਜੀ, ਉਹਨਾਂ ਦੀ ਗੱਲਬਾਤ ਕੀਤੀ ਹੈ, ਜੋ ਆਪਣੇ ਮੁਨਾਫੇ ਦੇ ਲਈ ਗਰੀਬ ਲੋਕਾਂ ਦੇ ਲਈ ਆਪਸ ਵਿੱਚ ਲੜਾਈ ਕਰਾਉਂਦੇ ਨੇ, ਦੰਗੇ ਕਰਾਉਂਦੇ ਨੇ। ਇਸ ਤਰ੍ਹਾਂ ਦੇ ਜੋ ਵਿਸ਼ੇ ਨੇ ਪੇਸ਼ਕਾਰੀ ਕਰਦੇ ਆ। ਕਲਾਕਾਰ ਜੰਮਦਾ ਹੈ ਜਾਂ ਬਣਦਾ ਹੈ ਜੀ, ਇਸੇ ਨਾਲ ਸੰਬੰਧਿਤ ਵਿਸ਼ੇ ਦੀ ਪੇਸ਼ਕਾਰੀ ਗੱਲਬਾਤ ਕਰਦੇ ਹਾਂ ਜੀ। ਇਸ ਲੇਖ ਦੇ ਵਿੱਚ ਕੀ ਕੀਤਾ ਜੀ ਲੇਖ ਨੇ ਕਲਾ ਨਾਲ ਸੰਬੰਧਿਤ ਇੱਕ ਦਾਰਸ਼ਨਿਕ ਜਿਗਿਆਸਾ ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਲੇਖ ਦੀ ਇੱਕ ਕਲਾ ਦੇ ਨਾਲ ਸੰਬੰਧਿਤ ਹੈ, ਕਿਉਂਕਿ ਫਿਲਮੀ ਅਦਾਕਾਰੀ ਦੀ ਗੱਲਬਾਤ ਹੋ ਰਹੀ ਹੈ। ਬਹੁਤੇ ਲੋਕ ਕਲਾਕਾਰੀ ਨੂੰ ਜਨਮ ਜਾਤ ਮੰਨਦੇ ਆ, ਅਰਥਾਤ ਪਰਮਾਤਮਾ ਜਾਂ ਪ੍ਰਕਿਰਤੀ ਦੀ ਦੇਣ ਹੀ ਸਮਝਦੇ ਆ। ਉਸ ਤੋਂ ਇਲਾਵਾ ਜੀ ਕੋਈ ਵੀ ਵਿਅਕਤੀ ਆਪਣੇ ਨਿੱਜੀ ਯਤਨਾਂ ਦੁਆਰਾ ਕਲਾਕਾਰ ਨਹੀਂ ਬਣ ਸਕਦਾ, ਪਰੰਤੂ ਵਾਸਤਵ ਵਿੱਚ ਇਹ ਗੱਲ ਠੀਕ ਨਹੀਂ ਹੈ। ਉਹਨਾਂ ਨੇ ਇਸ ਗੱਲ 'ਤੇ ਰੌਸ਼ਨੀ ਪਾਈ ਹੈ ਕਿ ਇਹ ਜ਼ਰੂਰੀ ਨਹੀਂ ਕਿ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਕੀਤੀ ਹੋਈ ਹੈ ਕਿ ਜੋ ਕਹਿ ਲਓ ਜੀ ਫਿਲਮੀ ਕਲਾਕਾਰ ਨੇ, ਉਹਨਾਂ ਦੇ ਘਰਾਣੇ ਵਿੱਚੋਂ ਹੀ ਅਗਲਾ ਕਲਾਕਾਰ ਬਣੇਗਾ, ਨਹੀਂ, ਇਸ ਲਈ ਜ਼ਰੂਰੀ ਨਹੀਂ। ਉਹਨਾਂ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਬਾਹਰੋਂ ਆਏ ਨੇ ਜੀ ਲੋਕ, ਜੋ ਫਿਲਮੀ ਘਰਾਣਿਆਂ ਨਾਲ ਸੰਬੰਧਿਤ ਨਹੀਂ ਰੱਖਦੇ, ਉਹ ਵੀ ਆਪਣੇ ਯਤਨਾਂ ਦੇ ਨਾਲ ਕਹਿ ਲਓ ਜੀ ਕਲਾਕਾਰ ਬਣ ਸਕਦੇ ਨੇ, ਜਿਸ ਦੀ ਐਗਜ਼ਾਮਪਲ ਆਪਾਂ ਵੇਖ ਸਕਦੇ ਹਾਂ। ਮੇਰਾ ਜੀਵਨ ਦ੍ਰਿਸ਼ਟੀਕੋਣ ਜੀ, ਇਹ ਉਹਨਾਂ ਦੀ ਅਗਲਾ ਲੇਖ ਹੈਗਾ। ਉਹਦੇ ਨਾਲ ਸੰਬੰਧਿਤ ਕਾਮੇ ਜੋ ਹੈਗਾ ਸੀ ਜੀ ਲੇਖ ਸੰਗ੍ਰਹਿ, ਉਸ ਦੇ ਵਿੱਚੋਂ ਉਸ ਦਾ ਕਹਿ ਲਓ ਜੀ ਵਿਸ਼ੇ ਦੀ ਗੱਲਬਾਤ ਕਰੀਏ ਜੀ। ਇਸ ਵਿੱਚ ਕਿਸੇ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦਾ ਜੀ ਲੇਖ ਦਾ ਵਿਸ਼ਵਾਸ ਹੈਗਾ ਕਿ ਉਸ ਨੂੰ ਰੱਬ ਦੀ ਹੋਂਦ 'ਤੇ ਵਿਸ਼ਵਾਸ ਨਹੀਂ ਹੈ। ਲੇਖ ਨੂੰ ਧਰਮਾਂ ਦੇ ਠੇਕੇਦਾਰਾਂ ਦੇ ਵੱਲੋਂ ਕੀਤੇ ਗਏ ਦਾਅਵੇ ਹਾਸੋਹੀਣੇ ਅਤੇ ਖੋਖਲੇ ਪ੍ਰਤੀਤ ਹੁੰਦੇ ਨੇ। ਉਹ ਸੰਸਥਾਗਤ ਧਰਮਾਂ ਮਤਾਂ ਦੇ ਬਾਰੇ ਉਹ ਕਹਿ ਲਓ ਜੀ ਵਿਰੋਧ ਧੁਰ ਅਪਣਾਉਂਦਾ ਗਾ। ਜੇਕਰ ਆਪਾਂ ਗੱਲਬਾਤ ਕਰਦੇ ਹਾਂ ਜੀ ਮੇਰਾ ਜੀਵਨ ਦ੍ਰਿਸ਼ਟੀਕੋਣ, ਉਹਦੀ ਗੱਲਬਾਤ ਕੀਤੀ ਹੈ, ਦ੍ਰਿਸ਼ਟੀਕੋਣ ਦੀ ਅਪਣਾਈ, ਦ੍ਰਿਸ਼ਟੀਕੋਣ ਦੱਸਿਆ ਜੀ ਉਹਨਾਂ ਨੇ ਕਿ ਉਹ ਕਹਿੰਦੇ ਆ ਕਿ ਮੇਰਾ ਰੱਬ ਦੇ ਵਿੱਚ ਵਿਸ਼ਵਾਸ ਨਹੀਂ। ਜੋ ਧਰਮ ਦੇ ਠੇਕੇਦਾਰ ਹੈ ਜੀ, ਉਹਨਾਂ 'ਤੇ ਹਾਸੋਹੀਣੇ ਅਤੇ ਖੋਖਲੇ ਜੋ ਪ੍ਰਤੀਤ ਹੁੰਦੇ ਆ ਜੀ ਉਸ ਨੂੰ,
ਇਸੇ ਕਰਕੇ ਜੋ ਸੰਸਥਾਗਤ ਧਰਮਾਂ ਦੀ ਗੱਲਬਾਤ ਕੀਤੀ ਹੋਈ ਹੈ, ਮਤਾਂ ਦੀ ਗੱਲਬਾਤ ਕੀਤੀ ਹੋਈ ਹੈ, ਉਹਨਾਂ ਦਾ ਵਿਰੋਧੀ ਬੁੱਧੀ ਬਣਦਾ। ਅਥਰੂ ਜੋ ਉਹਨਾਂ ਦਾ ਲੇਖ ਹੈ ਉਸ ਦੀ ਗੱਲਬਾਤ ਕੀਤੀ ਹੈ। ਇਸ ਦੇ ਵਿੱਚ ਅਜੋਕੇ ਭ੍ਰਿਸ਼ਟਾਚਾਰ ਰਾਜਨੀਤਿਕ ਨਿਜ਼ਾਮ ਦੇ ਉੱਪਰ ਇੱਕ ਬਿਆਨ ਕੀਤਾ ਗਿਆ। ਅਥਰੂ ਆਪਾਂ ਸਮਝ ਸਕਦੇ ਹਾਂ ਕਿ ਕਿਸੇ ਚੀਜ਼ ਦੇ ਹੰਝੂ ਨੇ, ਠੀਕ ਹੈ, ਜੋ ਕਹਿ ਲਓ ਜੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਰਾਜਨੀਤੀ ਦੇ ਵਿੱਚ, ਜੋ ਕਹਿ ਲਓ ਜੀ ਨਿਜ਼ਾਮ ਦੇ ਉੱਪਰ ਬਿਆਨ ਕੀਤਾ ਹੋਏਗਾ, ਤਾਂ ਕਰਕੇ ਹੀ ਭ੍ਰਿਸ਼ਟਾਚਾਰ ਦੀ ਆਪਾਂ ਗੱਲਬਾਤ ਕਰਾਂਗੇ, ਜਿਹਦੇ ਕਰਕੇ ਉਹਦੇ ਅੱਖਾਂ ਦੇ ਵਿੱਚ ਹੰਝੂ ਆਏ ਹੋਣ। ਗੁਰਬਾਣੀ ਲੇਖ ਉਸ ਦੀ ਆਪਾਂ ਗੱਲਬਾਤ ਕਰੀਏ ਜੀ, ਉਹਦੇ ਵਿੱਚ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ, ਤਾਂ ਖਾਸ ਤੌਰ 'ਤੇ ਜੀ ਇਹ ਇੱਕ ਲੇਖ ਦੇ ਰਾਹੀਂ ਕਹਿ ਲਓ ਜੀ ਸਿੱਖ ਗੁਰੂ ਸਾਹਿਬਾਨਾਂ ਨੇ ਭਾਰਤ ਦੇ ਗਰੀਬਾਂ ਅਤੇ ਵੰਚਿਤ ਲੋਕਾਂ ਦੇ ਲਈ ਇੱਕ ਨਵੀਂ ਵਿਚਾਰਧਾਰਾ ਦਿੱਤੀ ਹੈ, ਜਿਸ ਦੀ ਆਪਾਂ ਗੱਲਬਾਤ ਕਰਦੇ ਹਾਂ ਕਿ ਗੁਰੂ ਸਾਹਿਬਾਨਾਂ ਨੇ ਜੋ ਦੇਣ ਦਿੱਤੀ ਹੈ ਜੀ ਬਹੁਤ ਸਾਰੇ ਲੋਕਾਂ ਦੇ ਲਈ, ਗਰੀਬਾਂ ਦੇ ਲਈ, ਜੋ ਕਿਸੇ ਤਰੀਕੇ ਨਾਲ ਵੰਚਿਤ ਸੀਗੇ, ਉਹਨਾਂ ਨੂੰ ਇੱਕ ਵਿਚਾਰਧਾਰਾ ਦਿੱਤੀ ਹੈ। ਉਹ ਭਗਤੀ ਨੂੰ ਕੇਵਲ ਪ੍ਰਭੂ ਦੀ ਆਰਾਧਨਾ ਤੱਕ ਸੀਮਿਤ ਨਹੀਂ ਰੱਖਿਆ ਜੀ, ਉਹ ਸਮਾਜ ਵਿੱਚ ਇਨਕਲਾਬ ਦੀ ਇੱਕ ਲਹਿਰ ਲਿਆਉਣਾ ਚਾਹੁੰਦੇ ਸੀਗੇ ਜੀ। ਖਾਸ ਤੌਰ 'ਤੇ ਨੋਟ ਕਰਨਾ ਜੀ, ਉਹਨਾਂ ਦੀ ਗੱਲਬਾਤ ਕੀਤੀ ਹੋਈ ਹੈ ਜੀ ਕਿ ਗੁਰੂ ਸਾਹਿਬਾਨਾਂ ਨੇ ਜੋ ਯਤਨ ਕੀਤਾ ਉਸ ਦੀ ਗੱਲਬਾਤ ਕੀਤੀ ਹੋਈ ਹੈ, ਇੱਕ ਨਵੀਂ ਵਿਚਾਰਧਾਰਾ ਦੀ ਗੱਲਬਾਤ। ਭਾਈਆ ਜੀ ਜੋ ਉਹਨਾਂ ਦਾ ਲੇਖ ਹੈ ਜੀ ਉਸ ਦੀ ਗੱਲਬਾਤ ਕਰ ਰਹੇ ਹਾਂ। ਇਸ ਲੇਖ ਦੇ ਵਿੱਚ ਕੀ ਪੇਸ਼ ਕੀਤਾ, ਆਜ਼ਾਦ ਭਾਰਤ ਦੇ ਪੂੰਜੀਪਤੀਆਂ ਅਤੇ ਭ੍ਰਿਸ਼ਟਾਚਾਰ ਨੇਤਾਵਾਂ ਦੀ ਗੱਲਬਾਤ ਕੀਤੀ ਹੋਈ ਹੈ, ਸਾਰੇ ਆਰਥਿਕ ਵਸੀਲਿਆਂ ਦੇ ਉੱਪਰ ਜੋ ਕਬਜ਼ਾ ਕਰੀ ਬੈਠੇ ਆ ਸੀ, ਉਹਨਾਂ ਦੀ ਗੱਲਬਾਤ ਕਰ ਰਹੇ ਆ। ਕਿਹਦੀ ਜੀ? ਭਾਈਆ ਜੀ, ਨਾਂ ਤੋਂ ਹੀ ਪਤਾ ਲੱਗ ਜਾਂਦੇ, ਭਾਈਆ ਗੁੰਡਾ ਟਾਈਪ ਦੀ ਟਿਊਨ ਦਿੰਦਾ। ਇਹਦੇ ਵਿੱਚ ਕੀ ਵੇਖਣ ਨੂੰ ਮਿਲਦਾ, ਆਜ਼ਾਦ ਭਾਰਤ ਦੇ ਵਿੱਚ ਜਿਹੜੇ ਹੈਗੇ ਜੀ ਪੂੰਜੀਪਤੀ ਹੋ ਗਏ, ਭ੍ਰਿਸ਼ਟ ਨੇਤਾ ਹੋ ਗਏ ਜੀ, ਆਰਥਿਕ ਵਸੀਲਿਆਂ ਦੇ ਉੱਪਰ ਜੋ ਕਬਜ਼ਾ ਕਰੀ ਬੈਠੇ ਆ। ਅੱਜ ਦੇ ਹਾਲਾਤਾਂ ਦੇ ਵਿੱਚ ਵੀ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ ਕੁਛ ਘਰਾਣਿਆਂ ਦਾ ਜਿਹੜਾ ਕਬਜ਼ਾ ਵੇਖਣ ਨੂੰ ਮਿਲ ਰਿਹਾ, ਅਤੇ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਚਾਹ ਕੇ ਵੀ ਨਿਰਧਨ ਲੋਕਾਂ ਦੀ, ਜੋ ਗਰੀਬ ਲੋਕ ਨੇ, ਉਹਨਾਂ ਦੀ ਮਦਦ ਸਹਾਇਤਾ ਨਹੀਂ ਕਰ ਪਾ ਰਿਹਾ ਜੀ, ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਇਹ ਹੈ ਫਿਲਮੀ ਦੁਨੀਆ ਜੀ, ਉਸ ਦੀ ਗੱਲਬਾਤ ਕਰਦੇ ਹਾਂ ਅਗਲੇ ਲੇਖ ਦੀ ਜੀ। ਇਸ ਲੇਖ ਦੇ ਵਿੱਚ ਫਿਲਮੀ ਉਦਯੋਗ ਨਾਲ ਸੰਬੰਧਿਤ ਉੱਚ ਹਸਤੀਆਂ ਦੇ ਕਿਰਦਾਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਹੈ ਫਿਲਮੀ ਦੁਨੀਆ ਜੀ, ਫਿਲਮੀ ਦੁਨੀਆ ਦੇ ਲੋਕਾਂ ਦੀ ਗੱਲਬਾਤ ਕੀਤੀ ਹੋਈ ਹੈ, ਉਹਨਾਂ ਦੇ ਕਿਰਦਾਰਾਂ ਦੀ ਗੱਲਬਾਤ ਕੀਤੀ ਹੋਈ ਹੈ, ਉਹਦੇ ਨਾਲ ਜੋ ਉੱਚ ਹਸਤੀਆਂ ਨੇ ਉਹਨਾਂ ਦੀ ਗੱਲਬਾਤ ਵੇਖਣ ਨੂੰ ਮਿਲਦੀ। ਦਰਸ਼ ਭਾਰਤੀ ਤੀਵੀਂ ਮੇਰੀ ਨਜ਼ਰ 'ਚ ਬਲਰਾਜ ਸਾਹਨੀ ਦਾ ਇੱਕ ਇਹ ਲੇਖ ਹੈ, ਇਸ ਦੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੇ ਨਜ਼ਰ ਦੇ ਵਿੱਚ ਕਿਸ ਤਰ੍ਹਾਂ ਦੀ ਇੱਕ ਤੀਵੀਂ ਦੀ ਗੱਲਬਾਤ ਕੀਤੀ ਹੋਈ ਹੈ, ਭਾਰਤੀ ਤੀਵੀਂ ਦੀ। ਇਸ ਲੇਖ ਦੇ ਵਿੱਚ ਕੀ ਵੇਖਣ ਨੂੰ ਮਿਲਦਾ, ਲੇਖ ਦੀ ਪ੍ਰਗਤੀਸ਼ੀਲ ਚੇਤਨਾ ਇੱਕ ਹੋਰ ਉੱਤਮ ਪ੍ਰਮਾਣ ਪੇਸ਼ ਕਰਦੀ ਹੈ। ਇਸ ਲੇਖ ਦੇ ਰਾਹੀਂ ਉਹ ਲੇਖਕ ਕੀ ਕਰਦਾ ਗਾ, ਉਹ ਇਸਤਰੀ ਦੀ ਉਪਮਾ ਇੱਕ ਕੁੱਕੜ ਵਾਂਗ ਨਾਲ ਕਰਦਾ ਗਾ, ਜੋ ਮੀਟ ਖਾਣ ਦੇ ਸ਼ੌਕੀਨ ਲੋਕਾਂ ਦੇ ਲਈ ਇੱਕ ਕੁੱਕੜ ਵਧੀਆ ਕੁੱਕੜ ਹੁੰਦਾ ਹੈ, ਉਸ ਨੂੰ ਖਾ ਕੇ ਸਵਾਦ ਆਵੇ। ਉਸੇ ਤਰ੍ਹਾਂ ਕਹਿ ਲਓ ਜੀ ਪੁਰਸ਼ ਦੀ ਨਜ਼ਰ ਵਿੱਚ ਵੀ ਉਹੀ ਇਸਤਰੀ ਚੰਗੀ ਹੈ ਜੋ ਉਪਭੋਗ ਦੀ ਉੱਤਮ ਵਸਤੂ ਸਿੱਧ ਹੋਵੇ। ਖਾਸ ਤੌਰ 'ਤੇ ਨੋਟ ਕਰ ਲੈਣੇ ਜੀ ਉਹਨਾਂ ਦੀ ਸਟੇਟਮੈਂਟ ਕੀ ਹੈ ਕਿ ਉਹਨਾਂ ਨੇ ਜੋ ਇਸਤਰੀ ਦੀ ਤੁਲਨਾ ਕੀਤੀ ਸੀ ਇਹਦੇ ਲੇਖ ਦੇ ਵਿੱਚ ਕਾਹਦੇ ਨਾਲ ਕੀਤੀ ਸੀ, ਕੁੱਕੜ ਦੇ ਨਾਲ। ਅਤੇ ਜਿਹੜੇ ਕਹਿ ਲਓ ਜੀ ਮੀਟ ਖਾਣ ਵਾਲਿਆਂ ਦੀ ਗੱਲਬਾਤ ਕੀਤੀ ਹੋਈ ਆ, ਉਹ ਕੁੱਕੜ ਨੂੰ ਵਧੀਆ ਕੁੱਕੜ ਨੂੰ ਹੀ ਪਸੰਦ ਕਰਦੇ ਆ, ਉਸ ਦੀ ਗੱਲਬਾਤ ਕਰ ਰਹੇ ਆ, ਅਤੇ ਚੰਗੀ ਇਸਤਰੀ ਦੀ ਗੱਲਬਾਤ ਕੀਤੀ ਹੋਈ ਆ ਜੀ ਉਹਨਾਂ ਨੇ। ਅਤੇ ਉਸ ਤੋਂ ਬਾਅਦ ਜੀ ਲੇਖਕ ਕੀ ਕਹਿੰਦਾ ਗਾ, ਲੇਖ ਦੇ ਅਨੁਸਾਰ ਔਰਤ ਨੂੰ ਚਾਹੀਦਾ ਕਿ ਜੀਵਨ ਦੇ ਪ੍ਰਤੀ ਆਪਣੇ ਨਜ਼ਰੀਏ ਨੂੰ ਬਦਲੇ, ਵਸਤੂ ਦੀ ਬਜਾਏ ਇੱਕ ਵਿਅਕਤੀ ਬਣ ਕੇ ਜੀਵੇ, ਕਿ ਉਹ ਔਰਤ ਨੂੰ ਉੱਪਰ ਉਠਾਉਣ ਦੀ ਗੱਲਬਾਤ ਕਰ ਰਹੇ ਹੈ ਕਿ ਉਹਨੂੰ ਜੀਵਨ ਦੇ ਪ੍ਰਤੀ ਨਜ਼ਰੀਆ ਚੇਂਜ ਕਰਨਾ ਚਾਹੀਦਾ, ਇੱਕ ਵਸਤੂ ਨਹੀਂ ਰਹਿਣਾ ਚਾਹੀਦਾ, ਉਹਨੂੰ ਇੱਕ ਵਿਅਕਤੀ ਭਾਵ ਇਨਸਾਨ ਬਣ ਕੇ ਜਿਉਣਾ ਚਾਹੀਦਾ, ਕਿ ਇੱਕ ਉਹਦੀ ਵੀ ਇੱਕ ਵੱਖਰੀ ਹੋਂਦ ਹੈ, ਉਸ ਦੀ ਗੱਲਬਾਤ ਕੀਤੀ ਹੋਈ ਹੈ। ਪਹਿਲੀ ਸ਼ੂਟਿੰਗ ਜੋ ਉਹਨਾਂ ਦਾ ਲੇਖ ਹੈਗਾ ਜੀ ਕਾਮੇ ਦੇ ਵਿੱਚ, ਉਸ ਦੀ ਗੱਲਬਾਤ ਕਰ ਰਹੇ ਹਾਂ। ਇਸ ਲੇਖ ਦੇ ਵਿੱਚ ਲੇਖ ਨੇ ਜੋ ਕਿਰਦਾਰ ਦੇ ਵਿਖੇ ਸ਼ੂਟਿੰਗ ਹੋਈ ਹੈ ਜੀ ਫਿਲਮ ਦੀ, ਉਸ ਦੀ ਗੱਲਬਾਤ ਕੀਤੀ ਹੋਈ ਹੈ। ਆਪਣੇ ਫਿਲਮੀ ਕੈਰੀਅਰ ਦੀ ਪਹਿਲੀ ਫਿਲਮ ਦੀ ਸ਼ੂਟਿੰਗ ਨਾਲ ਸੰਬੰਧਿਤ ਹੈ ਜੀ, ਉਸ ਦੀਆਂ ਯਾਦਾਂ ਨੂੰ ਬਿਆਨ ਕੀਤਾ ਹੋਇਆ, ਕਿਵੇਂ ਉਸ ਨੇ ਸ਼ੂਟਿੰਗ ਕੀਤੀ ਸੀ, ਉਸਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦਿੱਤੀ ਹੈ। ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਬੜੀ ਹੀ ਖਾਸ ਹੁੰਦੀ ਹੈ ਜਦੋਂ ਕੋਈ ਤੁਸੀਂ ਕੰਮ ਕਰਦੇ ਆ, ਪਹਿਲਾ ਕੰਮ ਕਰਦੇ ਆ, ਉਸ ਦੇ ਨਾਲ ਯਾਦਾਂ ਵੀ ਬਹੁਤ ਸਾਰੀਆਂ ਜੁੜੀਆਂ ਹੋਈਆਂ ਨੇ, ਉਸੇ ਤਰ੍ਹਾਂ ਬਲਰਾਜ ਸਾਹਨੀ ਦੀਆਂ ਵੀ ਨੇ, ਤਾਂ ਉਹ ਯਾਦਾਂ ਨੂੰ ਪਹਿਲੀ ਸ਼ੂਟਿੰਗ ਦੇ ਵਿੱਚ ਲੇਖ ਦੇ ਵਿੱਚ ਪੇਸ਼ ਕੀਤਾ। ਮੈਂ ਜਲਦੇ ਹਵਾਈ ਜਹਾਜ਼ ਦੀ ਦੀਵਾਲੀ ਵੇਖੀ ਹੈ ਜੀ, ਇਹ ਲੇਖ ਦੀ ਗੱਲਬਾਤ ਕਰ ਰਹੇ ਹਾਂ ਕਾਮੇ ਦੇ ਵਿੱਚੋਂ। ਇਸ ਲੇਖ ਦੇ ਵਿੱਚੋਂ ਜੀ ਕਹਿ ਲਓ ਜੀ 1939 ਅਤੇ 40 ਦੇ ਵਿੱਚ ਛਿੜੇ ਦੂਸਰੇ ਵਿਸ਼ਵ ਯੁੱਧ ਦੇ ਸੰਬੰਧੀ ਯਾਦਾਂ ਨੂੰ ਬਿਆਨ ਕੀਤਾ ਗਿਆ, ਕਿ ਜਦੋਂ ਉਸ ਦੌਰ ਦੇ ਵਿੱਚ ਇੰਨਾ ਖੂਨ ਖਰਾਬਾ ਹੋ ਰਿਹਾ ਸੀ, ਲੜਾਈਆਂ ਚੱਲ ਰਹੀਆਂ ਸੀ, ਤਾਂ ਉਹਨਾਂ ਦਾ ਉਸੇ ਨਾਲ ਸੰਬੰਧਿਤ ਇੱਕ ਲੇਖ ਹੈਗਾ, ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੋਈ ਹੈ ਇੱਕ ਦੀਵਾਲੀ ਦੀ ਤਰ੍ਹਾਂ, ਜੋ ਇੰਨੀ ਲੜਾਈ ਹੋ ਰਹੀ ਸੀ। ਕਾਮੇ ਲੇਖ ਦੀ ਗੱਲਬਾਤ ਕਰਦੇ ਹਾਂ ਜੀ, ਇਹ ਅੰਤਮ ਲੇਖ ਹੈ। ਇਸ ਵਿੱਚ ਲੇਖ ਨੇ ਜੀ 3-4 ਪਾਤਰਾਂ ਦਾ ਪਰਿਚੈ ਕਰਾਇਆ। ਲੇਖ ਨੂੰ ਮੁਸ਼ਕਲ ਸਮੇਂ ਦੇ ਦੌਰਾਨ ਭਾਰਤੀ ਕਾਮਿਆਂ ਦੁਆਰਾ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਗਈ ਹੈ ਜੀ, ਉਸ ਦੇ ਸੰਬੰਧੀ ਆਪਣੀਆਂ ਯਾਦਾਂ ਨੂੰ ਬਿਆਨ ਕੀਤਾ ਗਾ, ਕਿ ਜਦੋਂ ਕਾਮਿਆਂ ਦੀ ਗੱਲਬਾਤ ਕਰਦੇ ਹਾਂ
ਤਾਂ ਅੰਗਰੇਜ਼ਾਂ ਨੂੰ ਜਦੋਂ ਮੁਸ਼ਕਲ ਦੌਰ ਦੇ ਵਿੱਚ ਹੁੰਦੇ ਆ ਜੀ, ਭਾਰਤੀ ਕਾਮੇ ਨੇ ਉਹ ਮਦਦ ਕਰਦੇ ਨੇ, ਉਹਨਾਂ ਦੇ ਨਾਲ ਸੰਬੰਧਿਤ ਇਸ ਲੇਖ ਦੇ ਵਿੱਚ ਪੇਸ਼ਕਾਰੀ ਕੀਤੀ। ਮੇਰਾ ਪਾਕਿਸਤਾਨੀ ਸਫ਼ਰਨਾਮਾ ਜੀ, ਬਹੁਤ ਹੀ ਉਹਨਾਂ ਦੀ ਪ੍ਰਸਿੱਧ ਰਚਨਾ। ਸਫ਼ਰਨਾਮੇ ਤੋਂ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੀ ਰਚਨਾ ਇਹ ਜੀ, ਸਫ਼ਰਨਾਮਾ ਹੈਗਾ। 1969 ਦੇ ਵਿੱਚ ਲਿਖਿਆ ਗਿਆ। ਇਸ ਸਫ਼ਰਨਾਮੇ ਦੇ ਵਿੱਚ ਕਹਿ ਲਓ ਜੀ 15-16 ਦਿਨਾਂ ਦੀ ਜੋ ਯਾਤਰਾ ਸੀ ਉਸ ਦਾ ਵਰਤਾਂਤ ਹੈ, ਉਸ ਦੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜੀ। 15-16 ਦਿਨਾਂ ਦੇ ਵਿੱਚ ਇਹ ਯਾਤਰਾ ਕਦੋਂ ਸਟਾਰਟ ਹੁੰਦੀ ਹੈ ਜੀ? 9 ਅਕਤੂਬਰ 1962 ਦੇ ਵਿੱਚ। ਕਦੋਂ ਕੀਤੀ ਸੀ? ਦਿੱਲੀ ਤੋਂ ਸਟਾਰਟ ਕੀਤੀ ਸੀਗੀ ਜੀ ਉਹਨਾਂ ਨੇ। ਸਮੁੱਚਾ ਜੋ ਯਾਤਰਾ ਦਾ ਵਰਤਾਂਤ ਹੈ ਜੀ, ਕਿੰਨੇ ਖੰਡਾਂ ਦੇ ਵਿੱਚ ਵੰਡਿਆ ਗਿਆ? 15 ਦੇ ਵਿੱਚ। ਮੇਰਾ ਪਾਕਿਸਤਾਨੀ ਸਫ਼ਰਨਾਮਾ 15-16 ਦਿਨਾਂ ਦੀ ਯਾਤਰਾ 9 ਅਕਤੂਬਰ ਤੋਂ ਸਟਾਰਟ ਕੀਤੀ ਸੀ ਅਤੇ 15 ਜਿਹੜੇ ਖੰਡ ਨੇ ਜੀ ਉਹਨਾਂ ਦੀ ਗੱਲਬਾਤ ਕਰਦੇ ਹਾਂ ਜੀ। ਪਹਿਲਾ ਖੰਡ ਹੈ ਜੀ ਜਿਹੜਾ, ਉਹ ਲਾਹੌਰ, ਦਿੱਲੀ ਤੋਂ ਲਾਹੌਰ ਦੀ ਯਾਤਰਾ ਨੂੰ ਪੇਸ਼ ਕਰਦਾ ਗਾ ਕਿ ਕਿਵੇਂ ਉਹ ਉੱਥੇ ਪਹੁੰਚਿਆ, ਉਸ ਦੀ ਗੱਲਬਾਤ ਕੀਤੀ ਹੋਈ ਹੈ। ਦੂਜਾ ਖੰਡ ਲਾਹੌਰ ਦੀ, ਲਾਹੌਰ ਦੇ ਵਿਖੇ ਲਾਹੌਰ ਸ਼ਹਿਰ ਦੀ ਗੱਲਬਾਤ ਕਰਦੇ ਆ ਜੀ, ਉੱਥੋਂ ਦੀ ਪੇਸ਼ਕਾਰੀ ਕਰਦੇ ਆ। ਤੀਜੇ ਖੰਡ ਦੇ ਵਿੱਚ ਲਾਹੌਰ ਅਤੇ ਮਗਿਆਣਾ ਜੋ ਤੱਕ ਦਾ ਸਫ਼ਰ ਹੈ ਉਸ ਦੀ ਪੇਸ਼ਕਾਰੀ ਕੀਤੀ ਹੋਈ ਹੈ। ਚੌਥਾ ਖੰਡ ਜੀ ਲੈਲਪੁਰ ਤੋਂ ਝੰਗ, ਝੰਗ ਦਾ ਨਾਮ ਤੁਸੀਂ ਸੁਣਿਆ ਹੋਏਗਾ ਜੀ, ਉਸ ਦੀ ਪੇਸ਼ਕਾਰੀ ਕੀਤੀ ਹੈ। ਉਸ ਤੋਂ ਬਾਅਦ ਪੰਜਵਾਂ ਖੰਡ ਮਗਿਆਣਾ ਦੀ ਪੇਸ਼ਕਾਰੀ ਕਰਦਾ। ਛੇਵਾਂ ਖੰਡ ਜੀ ਖਾਸ ਤੌਰ 'ਤੇ ਨੋਟ ਕਰਿਓ ਜੀ, ਇਸ ਤੋਂ ਅੱਗੇ ਮਗਿਆਣੇ ਦੇ ਹੋਰ ਸਮਾਚਾਰ ਦੀ ਗੱਲਬਾਤ ਕਰਦੇ ਆ ਜੀ। ਉਸ ਤੋਂ ਬਾਅਦ ਸੱਤਵੇਂ ਖੰਡ ਦੀ ਗੱਲਬਾਤ ਕਰੀਏ ਜੀ, ਇੱਥੋਂ ਮਗਿਆਣੇ ਤੋਂ ਕਿੱਥੋਂ ਤੱਕ ਦਾ ਸਫ਼ਰ ਹੈ ਜੀ? ਮਗਿਆਣਾ ਤੋਂ ਝੰਗ ਤੱਕ ਦਾ ਜੋ ਸਫ਼ਰ ਹੈ ਉਸ ਦੀ ਪੇਸ਼ਕਾਰੀ ਕੀਤੀ ਹੈ। ਅੱਠਵੇਂ ਖੰਡ ਦੀ ਜੇਕਰ ਆਪਾਂ ਗੱਲਬਾਤ ਕਰੀਏ, ਮਗਿਆਣੇ ਦੇ ਕਵੀ ਅਤੇ ਕਲਾਕਾਰਾਂ ਦੀ ਗੱਲਬਾਤ ਕੀਤੀ ਹੋਈ ਹੈ। ਨੌਵੇਂ ਖੰਡ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ, ਸਰਗੋਧਾ ਅਤੇ ਡੇਰੇ ਦੀ ਗੱਲਬਾਤ ਹੈ। 10ਵੇਂ ਖੰਡ ਦੇ ਵਿੱਚ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ? ਡੇਰੇ ਤੋਂ ਵਾਪਸੀ ਦਾ ਜ਼ਿਕਰ ਕੀਤਾ ਗਿਆ। 11ਵੇਂ ਦੇ ਖੰਡ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਜੀ, ਲਾਲਾ ਮੂਸਾ ਤੋਂ ਪਿੰਡੀ ਤੱਕ ਦਾ ਸਫ਼ਰ ਹੈ। 12ਵੇਂ ਖੰਡ ਵਿੱਚ ਰਾਵਲਪਿੰਡੀ ਦੀ ਸ਼ਹਿਰ ਦੀ ਗੱਲਬਾਤ ਕੀਤੀ ਹੋਈ ਹੈ। ਉਸ ਤੋਂ ਬਾਅਦ ਜੇਕਰ ਆਪਾਂ ਗੱਲਬਾਤ ਕਰੀਏ 13ਵੇਂ ਖੰਡ ਦੇ ਵਿੱਚ ਪੁਰਾਣੇ ਘਰ ਦੀ ਯਾਤਰਾ, ਇਹ ਖਾਸ ਤੌਰ 'ਤੇ ਬਹੁਤ ਹੀ ਪ੍ਰਸਿੱਧ ਹੈ ਜੀ, ਨੋਟ ਕਰ ਲਿਓ, ਪੁਰਾਣੇ ਘਰ ਦੀ ਯਾਤਰਾ 13ਵੇਂ ਖੰਡ ਦੇ ਵਿੱਚ ਹੈ। 14ਵੇਂ ਖੰਡ ਦੇ ਵਿੱਚ ਜੋ ਚਕਲਾਲਾ ਤੋਂ ਲਾਹੌਰ ਦਾ ਸਫ਼ਰ ਹੈ ਉਸ ਦੀ ਪੇਸ਼ਕਾਰੀ ਕਰਦੇ ਹਾਂ ਜੀ। ਜਨਮ ਭੂਮੀ ਤੋਂ ਅਲਵਿਦਾ ਜੀ, ਜੋ ਬਹੁਤ ਹੀ ਜ਼ਿਆਦਾ ਭਾਵਪੂਰਨਕ ਹੈ, ਉਸ ਦੀ ਪੇਸ਼ਕਾਰੀ ਕੀਤੀ ਹੈ ਜੀ। ਖਾਸ ਤੌਰ 'ਤੇ ਨੋਟ ਕਰਿਓ ਜੀ, ਇਹ 15 ਖੰਡਾਂ ਦੇ ਨਾਮ ਨੇ, ਨੋਟ ਕਰ ਲਿਓ। ਰਾਜ ਸਾਹਨੀ ਨੇ ਜੀ ਪਾਕਿਸਤਾਨੀ ਸਫ਼ਰਨਾਮੇ ਦੇ ਵਿੱਚ ਪੰਜਾਬ ਦੀ ਸਾਂਝੀ ਤਹਿਜ਼ੀਬ ਸੱਭਿਆਚਾਰ ਨੂੰ ਮੁੱਖ ਮੁੱਦਾ ਬਣਾਇਆ ਗਾ ਕਿ ਉਹ ਉੱਥੇ ਉਹਦਾ ਜਨਮ ਹੁੰਦਾ, ਉੱਥੋਂ ਛੱਡ ਕੇ ਇੱਧਰ ਆਉਂਦਾ, ਇੱਥੋਂ ਬਾਅਦ ਫਿਰ ਕੁਛ 2 ਦਹਾਕਿਆਂ ਦੇ ਬਾਅਦ ਉੱਧਰ ਜਾਂਦਾ ਗਾ। ਇਹ ਉਹਦਾ ਪਾਕਿਸਤਾਨੀ ਸਫ਼ਰਨਾਮਾ ਸੀ। ਜਦੋਂ ਉਹਦੀਆਂ ਯਾਦਾਂ ਨੇ, ਉਹਨਾਂ ਨਾਲ ਸੰਬੰਧਿਤ ਬਹੁਤ ਕੁਛ ਤੁਹਾਨੂੰ ਅੱਗੇ ਜਾ ਕੇ ਡਿਟੇਲ ਦੱਸਦੇ ਹਾਂ ਜੀ। ਉਸ ਨੂੰ ਇਸ ਗੱਲ ਦਾ ਕਹਿ ਲਓ ਡਾਢਾ ਰੰਜ ਹੈ, ਦੁੱਖ ਹੈਗਾ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਕਿਸੇ ਵੀ ਨੇਤਾ ਨੇ, ਵਿਦਵਾਨ ਜਾਂ ਧਾਰਮਿਕ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸਾਂਝੇ ਵਿਰਸੇ ਦਾ ਪਾਠ ਨਹੀਂ ਪੜ੍ਹਾਇਆ ਜੀ। ਉਹਨੂੰ ਦੁੱਖ ਵੀ ਇਸ ਚੀਜ਼ ਦਾ ਹੈਗਾ, ਬਲਕਿ ਜੀ ਸੌੜੇ ਸਵਾਰਥਾਂ ਦੀ ਪੂਰਤੀ ਦੇ ਲਈ ਧਰਮਾਂ ਅਤੇ ਦੇਸ਼ ਦੇ ਨਾਮ 'ਤੇ ਲੋਕਾਂ ਨੂੰ ਪਾੜੇ ਗਏ ਆ ਜੀ। ਧਰਮ ਦੇ ਨਾਂ 'ਤੇ ਹੀ ਦੇਸ਼ ਦੀ ਵੰਡ ਹੁੰਦੀ ਆ, ਇੰਨਾ ਕਤਲੇਆਮ ਹੁੰਦਾ ਜੀ, ਲੋਕਾਂ ਨੇ ਰੋਟੀਆਂ ਸੇਕੀਆਂ ਨੇ, ਰਾਜਨੀਤੀ ਕੀਤੀ ਆ, ਉਸ ਦੀ ਗੱਲਬਾਤ ਕਰਦਾ ਜੀ ਬਰਾਜ ਸਾਹਨੀ। ਮੇਰਾ ਰੂਸੀ ਸਫ਼ਰਨਾਮਾ ਜੀ, ਇਸ ਦੀ ਗੱਲਬਾਤ ਕਰੀਏ ਜੀ। ਸਫ਼ਰਨਾਮੇ ਤੋਂ ਪਤਾ ਲੱਗ ਗਿਆ ਜੀ ਤੁਹਾਨੂੰ ਕਿੱਥੋਂ ਦਾ ਸਫ਼ਰਨਾਮਾ ਰਚਨਾ ਹੈਗੀ ਆ ਬਰਾਜ ਸਾਹਨੀ ਨੇ ਜੀ 1964 ਦੇ ਵਿੱਚ ਕੀਤੀ ਸੀ। ਯਾਤਰਾ ਕਿੱਥੋਂ ਦੀ? ਰੂਸ ਦੀ। ਸਮਾਚਾਰ ਨੂੰ ਅੰਕਿਤ ਕੀਤਾ, ਜੋ ਉਸ ਸਮੇਂ ਦੇ ਹਾਲਾਤ ਸੀਗੇ ਜੀ, ਉਹ ਗਿਆ ਸੀ ਯਾਤਰਾ ਦੇ ਦੌਰਾਨ। ਅਤੇ ਇਹਨੂੰ ਕਦੋਂ ਲਿਖਿਆ ਜੀ ਉਹਨੇ? 1967 ਦੇ ਵਿੱਚ। 3 ਹਫ਼ਤਿਆਂ ਦੀ ਇਸ ਯਾਤਰਾ ਨੂੰ ਹਿੰਦ ਸੋਵੀਅਤ ਕਲਚਰ ਸੁਸਾਇਟੀ ਦੇ ਵੱਲੋਂ ਸਪੋਂਸਰ ਕੀਤਾ ਗਿਆ ਸੀ, ਉਦੋਂ ਇਹ ਗਿਆ ਸੀਗਾ। ਇਸ ਸਫ਼ਰਨਾਮੇ ਦੇ ਵਿੱਚ ਕਹਿ ਲਓ ਜੀ ਉਸਨੇ ਸੱਭਿਆਚਾਰ, ਕੰਮ ਧੰਦੇ, ਆਵਾਜਾਈ ਦੇ ਸਾਧਨ, ਮਾਸਕੋ ਯੂਨੀਵਰਸਿਟੀ, ਰੂਸ ਦੇ ਮਹਾਨ ਗਲਪਕਾਰ ਟਾਲਸਟਾਏ ਅਤੇ ਉਸਦੇ ਘਰ, ਉੱਥੋਂ ਦੀ ਰਾਜਨੀਤਿਕ ਸੰਸਥਾ, ਗ੍ਰਾਮ ਵਿਵਸਥਾ ਦੀ ਗੱਲਬਾਤ ਕੀਤੀ ਹੈ। ਫਿਲਮ ਅਭਿਨੇਤਾ ਰੇਖਾ ਸਾਫ਼ ਦੀ ਗੱਲਬਾਤ ਕੀਤੀ ਹੈ। ਰੂਸੀ ਸਾਹਿਤ ਅਤੇ ਰਚਨਾਵਾਂ ਨਾਲ ਭਰਪੂਰ ਜਾਣਕਾਰੀ ਦਿੱਤੀ ਹੈ। ਰੂਸੀ ਸਫ਼ਰਨਾਮਾ ਹੈਗਾ ਜੀ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉੱਥੋਂ ਦੇ ਕਲਚਰ ਦੀ, ਹਰ ਇੱਕ ਚੀਜ਼ ਦੀ ਜਾਣਕਾਰੀ ਦੇਣ ਦੀ ਜੀ, ਸੱਭਿਆਚਾਰ ਦੀ, ਕੰਮ ਧੰਦਿਆਂ ਦੀ, ਆਵਾਜਾਈ ਸਾਧਨਾਂ ਦੀ। ਉੱਥੋਂ ਦੇ ਜੋ ਮਹਾਨ ਗਲਪਕਾਰ ਹੋਏ ਆ ਜੀ, ਟਾਲਸਟਾਏ, ਜਿਨ੍ਹਾਂ ਨੂੰ ਆਪਾਂ ਬਹੁਤ ਸਾਰੇ ਨੇ ਪੜ੍ਹਿਆ ਹੋਏਗਾ, ਰਾਜਨੀਤੀ ਵਿਵਸਥਾ ਦੀ, ਗ੍ਰਾਮ ਪੰਚਾਇਤਾਂ ਦੀ, ਅਭਿਨੇਤਾ ਨੇ ਉੱਥੋਂ ਦੀ, ਰੂਸੀ ਸਾਹਿਤ ਦੀ, ਖਾਸ ਤੌਰ 'ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਉਹਦੀ ਜਾਣਕਾਰੀ ਦਿੰਦੀ ਹੈ ਜੀ। ਗੈਰ ਜਜ਼ਬਾਤੀ ਡਾਇਰੀ ਜੀ, ਉਹਨਾਂ ਦੀ ਅਗਲੀ ਪ੍ਰਸਿੱਧ ਰਚਨਾ ਦੀ ਗੱਲਬਾਤ ਕਰੀਏ। 14 ਲੇਖ ਇਹਦੇ ਵਿੱਚ ਕਹਿ ਲਓ ਜੀ ਸ਼ਾਮਿਲ ਕੀਤੇ ਗਏ ਆ। ਉਹ ਲੇਖਾਂ ਦੇ ਬਾਰੇ ਗੱਲਬਾਤ, ਲੇਖ ਸੰਗ੍ਰਹਿ ਹੈ ਜੀ। ਇਸ ਵਿੱਚ ਆਪਾਂ ਨੂੰ ਹੋਰ ਕੀ ਵੇਖਣ ਨੂੰ ਮਿਲਦਾ ਜੀ? ਇਹਨਾਂ ਲੇਖਾਂ ਦੀ ਰਚਨਾ ਤੋਂ ਬਰਾਜ ਸਾਹਨੀ ਦਾ ਮੁੱਖ ਉਦੇਸ਼ ਸੀਗਾ ਪਾਠਕਾਂ ਨੂੰ ਆਪਣੇ ਜੀਵਨ ਦੀਆਂ ਘਟਨਾਵਾਂ ਨਾਲ ਜੋੜ ਕੇ ਆਪਣੇ ਕਰੀਬ ਲਿਆਉਣਾ ਸੀਗਾ। ਕਿ ਇਹ ਗੈਰ ਜਜ਼ਬਾਤੀ ਡਾਇਰੀ ਦੀ ਗੱਲਬਾਤ ਕਰੀਏ, ਉਹਨਾਂ ਦਾ ਮੁੱਖ ਉਦੇਸ਼ ਕੀ ਸੀਗਾ? ਕਿ ਪਾਠਕਾਂ ਨੂੰ
ਆਪਣੇ ਜੀਵਨ ਦੀਆਂ ਘਟਨਾਵਾਂ ਦੱਸਦਾ ਸੀ, ਜਿਸ ਦੇ ਨਾਲ ਉਹ ਉਹਨੂੰ ਹੋਰ ਨੇੜੇ ਤੋਂ ਜਾਣ ਸਕਣ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜੀ 14, ਉਹਨਾਂ ਦੀ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ ਜੀ, ਕਿਹੜੀਆਂ ਨੇ। ਇੱਕ ਮਿੱਠੀ ਯਾਦ ਜੀ, ਜੋ ਇਹਨਾਂ ਦੇ ਵਿੱਚ ਸ਼ਾਮਲ ਹੈ ਜੀ, ਗੈਰ ਜਜ਼ਬਾਤੀ ਡਾਇਰੀ ਦੇ ਵਿੱਚ ਲੇਖ ਹੈ ਇੱਕ ਮਿੱਠੀ ਯਾਦ। ਇਹ ਪਹਿਲਾਂ ਵੀ ਆਪਾਂ ਗੱਲਬਾਤ ਕਰ ਚੁੱਕੇ ਹਾਂ ਜੀ। ਇੱਕ ਮੋਟਰ ਮਕੈਨਿਕ ਮੁੰਡੇ ਦੇ ਨਾਲ ਜੁੜੀ ਹੋਈ ਘਟਨਾ ਹੈਗੀ ਹੈ। ਇੱਕ ਨਿੱਘੀ ਯਾਦ ਹੈ, ਉਸਦੇ ਵੇਰਵੇ ਦਿੱਤੇ ਨੇ, ਜੋ ਮਜ਼ਦੂਰ ਕਾਮਿਆਂ ਦੇ ਚੰਗੇ ਪੱਖ ਨੂੰ ਬਿਆਨ ਕੀਤਾ ਗਿਆ ਜੀ, ਉਸਦੇ ਜੋ ਭਾਵਾਂ ਨੂੰ ਇਜ਼ਹਾਰ ਕੀਤਾ ਗਿਆ, ਜਿਸ ਦੀ ਆਪਾਂ ਗੱਲ ਕਰ ਚੁੱਕੇ ਹਾਂ। ਇੱਕ ਮਿੱਠੀ ਯਾਦ। ਦਿਲ ਮਤਲਬ ਪੁਲਿਸ। ਇੱਕ ਕਹਿ ਲਓ ਜੀ, ਇੱਕ ਟੈਕਸੀ ਚਾਲਕ ਦੇ ਚਰਿੱਤਰ ਦਾ ਕਹਿ ਲਓ ਜੀ ਚਿਤਰਨ ਕੀਤਾ ਗਿਆ, ਪਾਤਰ ਉਸਾਰੀ ਕੀਤੀ ਗਈ ਹੈ। ਉਹਦੇ ਕਿਰਦਾਰ ਦੇ ਬਾਰੇ ਦੱਸਿਆ ਹੋਇਆ ਹੈਗਾ ਜੀ, ਜੋ ਟੈਕਸੀ ਨੂੰ ਚਲਾ ਰਿਹਾ ਹੈਗਾ ਉਸ ਦੇ ਬਾਰੇ। ਅਥਰੂ ਦੀ ਗੱਲ ਕਰ ਚੁੱਕੇ ਹਾਂ ਜੀ, ਜੋ ਅਜੋਕੇ ਭ੍ਰਿਸ਼ਟਾਚਾਰ ਨਿਜ਼ਾਮ ਦੇ ਉੱਪਰ ਬਿਆਨ ਕੀਤਾ ਗਿਆ। ਇੱਕ ਵਿਅੰਗਮਈ ਰਚਨਾ ਹੈਗੀ ਹੈ, ਖਾਸ ਤੌਰ 'ਤੇ ਨੋਟ ਕਰ ਲਿਓ ਜੀ। ਜ਼ਮੀਰ ਦੀ ਜੇਕਰ ਆਪਾਂ ਗੱਲਬਾਤ ਕਰੀਏ ਲੇਖ ਦੀ, ਇਸ ਵਿੱਚ ਕੀ ਦੱਸਿਆ ਗਿਆ? ਪੈਸਾ ਕਮਾ ਕੇ ਸੇਵਨ ਕਰਨ ਵਾਲੇ ਆਦਮੀ ਬਣਨ ਨਾਲੋਂ ਜੀ ਜੀਵਨ ਵਿੱਚ ਲੋਕ ਸੇਵਾ ਦੇ ਕਾਰਜ ਅਤਿਅੰਤ ਸੁਖਮਈ ਅਤੇ ਚੰਗੇ ਹੁੰਦੇ ਹਨ। ਇਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਹੈ। ਮੱਧ ਸ਼੍ਰੇਣੀ ਦਾ ਕੋਈ ਵੀ ਵਿਅਕਤੀ ਇਹਨਾਂ ਕਾਰਜਾਂ ਨੂੰ ਕਰਨ ਲਈ ਤਿਆਰ ਨਹੀਂ ਹੁੰਦਾ, ਕਿਉਂਕਿ ਮੱਧ ਸ਼੍ਰੇਣੀ ਦੀ ਗੱਲਬਾਤ ਕਰਦੇ ਹਾਂ ਜੀ। ਉਸ ਤੋਂ ਇਲਾਵਾ ਜੀ ਉਹ ਲਾਲਚ ਵਿੱਚ ਇਨਸਾਨ ਨੂੰ ਕਾਇਰ ਕਮੀਨਾ ਬਣਾ ਦਿੰਦੇ ਆ ਜੀ। ਮੱਧ ਸ਼੍ਰੇਣੀ ਦੀ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ, ਕਿਉਂਕਿ ਉਹਨੂੰ ਤਾਂ ਆਪਦੀਆਂ ਲੋੜਾਂ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਜੀ, ਤਾਂ ਉਹ ਕਾਇਰ ਬਣਨਾ, ਕਮੀਨਾ ਬਣ ਜਾਂਦਾ ਕਿ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਜੀ। ਉਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਹੋਈ ਹੈ ਜੀ। ਉਸ ਨਾਲ ਸੰਬੰਧਿਤ ਲੇਖ ਹੈ ਜੋ ਪੈਸੇ ਕਮਾਉਣ ਦੇ ਲਈ ਗੱਲਬਾਤ ਕਰ। ਹਨੇਰੀ ਗੁਫਾ ਜੀ, ਇਸ ਦੀ ਗੱਲਬਾਤ ਕਰੀਏ ਜੀ। ਇਸ ਲੇਖ ਦੇ ਵਿੱਚ ਮੁੰਬਈ ਸ਼ਹਿਰ ਤੋਂ ਥੋੜ੍ਹੀ ਦੂਰ ਰਮਣੀਕ ਪਹਾੜੀਆਂ ਬਣੀਆਂ ਹੋਈਆਂ ਨੇ ਜੀ। ਕੁਝ ਇਤਿਹਾਸਕ ਗੁਫਾਵਾਂ ਦਾ ਜ਼ਿਕਰ ਕੀਤਾ ਗਿਆ ਗਾ। ਲੇਖ ਦੇ ਅਨੁਸਾਰ ਇਹ ਗੁਫਾਵਾਂ ਅਜੰਤਾ ਅਤੇ ਅਲੋਰਾ ਤੋਂ ਵੀ ਪੁਰਾਣੀਆਂ ਨੇ। ਉਹਨਾਂ ਦੀ ਗੱਲਬਾਤ ਕੀਤੀ ਹੋਈ ਹੈ ਜੀ ਹਨੇਰੀ ਗੁਫਾ ਦੀ, ਜਿਸ ਦੇ ਵਿੱਚ ਉਹਨਾਂ ਨੇ ਗੁਫਾਵਾਂ ਦਾ ਜ਼ਿਕਰ ਕੀਤਾ ਗਿਆ ਕਿ ਇਹ ਜਿਹੜੀਆਂ ਆਪਣੀਆਂ ਪੁਰਾਣੀਆਂ ਇਤਿਹਾਸਕ ਗੁਫਾਵਾਂ ਨੇ ਵੀ ਉਹਨਾਂ ਤੋਂ ਵੀ ਪੁਰਾਣੀਆਂ ਲੱਗ ਰਹੀ ਹੈ। ਉਸ ਦੀ ਗੱਲਬਾਤ ਕਰੇ। ਟੈਲੀਫੋਨ ਵਾਲਾ ਜੀ ਇੱਕ ਲੇਖ ਹੈ ਸੀ ਅਗਲਾ ਲੇਖ। ਇਸ ਲੇਖ ਦੇ ਵਿੱਚ ਲੇਖ ਨੇ ਟੈਲੀਫੋਨ ਦੀਆਂ ਟੁੱਟੀਆਂ ਤਾਰਾਂ ਦੀ ਮੁਰੰਮਤ ਕਰਨ ਵਾਲੇ ਇੱਕ ਸਧਾਰਨ ਕਾਮੇ ਦੇ ਕਿਰਦਾਰ ਨੂੰ ਪੇਸ਼ ਕੀਤਾ, ਜੋ ਇੱਕ ਸੰਚਾਰ ਦਾ ਸਾਧਨ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਉਹ ਬੜਾ ਜ਼ਰੂਰੀ ਹੈ ਅਤੇ ਸਾਰੇ ਇਨਸਾਨਾਂ ਨੂੰ ਜੋੜਦਾ ਗਾ। ਤਾਂ ਉਸੇ ਤਰ੍ਹਾਂ ਜੀ ਟੁੱਟੀਆਂ ਜੋ ਤਾਰਾਂ ਨੇ ਉਹਦੇ ਕੰਮ ਕਰਨ ਵਾਲੇ ਕਿਰਦਾਰ ਦੀ ਇੱਕ ਕਾਮੇ ਦੀ ਪੇਸ਼ਕਾਰੀ ਕਰਦੀ ਹੈ। ਲੇਖ ਦੀ ਗੱਲਬਾਤ ਕਰੀਏ ਜੀ, ਇਸ ਵਿੱਚ ਲੇਖ ਨੇ ਕਹਿ ਲਓ ਜੀ ਮੁਸ਼ਕਲ ਸਮੇਂ ਦੇ ਵਿੱਚ ਭਾਰਤੀ ਕਾਮਿਆਂ ਦੁਆਰਾ ਜੀ ਅੰਗਰੇਜ਼ਾਂ ਦੀ ਸਹਾਇਤਾ ਕਰਨ ਸੰਬੰਧੀ ਯਾਦਾਂ ਨੂੰ ਬਿਆਨ ਕੀਤਾ ਗਾ, ਜਿਸ ਦੀ ਆਪਾਂ ਗੱਲਬਾਤ ਕਰ ਚੁੱਕੇ ਹਾਂ ਜੀ। ਰੱਖੜੀ ਲੇਖ ਦੀ ਗੱਲਬਾਤ ਕਰੀਏ ਜੀ, ਇਸ ਵਿੱਚ ਬਲਰਾਜ ਸਾਹਨੀ ਨੇ ਜੀ ਸੀਤਾ ਨਾਮ ਦੀ ਗਰੀਬ ਜੋ ਮਠਾਰਨ ਦੇ ਕਿਰਦਾਰ ਨੂੰ ਪੇਸ਼ ਕੀਤਾ ਗਿਆ ਜੀ, ਜੋ ਇੱਕ ਮੁੰਡੇ ਦੇ ਨਾਲ ਨੱਠ ਕੇ ਪੂਨੇ ਤੋਂ ਮੁੰਬਈ ਆ ਜਾਂਦੀ ਹੈ। ਉਸ ਦੀ ਕਿਰਦਾਰ ਦੀ ਪੇਸ਼ਕਾਰੀ ਕੀਤੀ ਹੋਈ ਹੈ ਜੀ। ਖਾਸ ਤੌਰ 'ਤੇ ਜੀ ਉਹਨਾਂ ਦੇ ਜੀਵਨ ਦੇ ਬਾਰੇ ਗੱਲਬਾਤ ਕੀਤੀ ਹੋਈ ਹੈ, ਕਿਸ ਤਰ੍ਹਾਂ ਦੇ ਉਹਨਾਂ ਨੂੰ ਉਲਝਣਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਸਾਰੀ ਪੇਸ਼ਕਾਰੀ ਆਪਾਂ ਨੂੰ ਵੇਖਣ ਨੂੰ ਮਿਲਦੀ। ਰਾਲਾ ਜਲੂਸ, ਇਸ ਦੀ ਗੱਲਬਾਤ ਕਰੀਏ ਜੀ, ਇਹ ਲੇਖ ਹੈਗਾ ਜੀ 9 ਜੁਲਾਈ 1967 ਨੂੰ ਅਰਬ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੇ ਸਮਰਥਨ ਵਿੱਚ ਕੱਢੇ ਗਏ ਇੱਕ ਜਲੂਸ ਡੈਰੀਨੁਮਾ ਵਰਤਾਂਤ ਦੀ ਪੇਸ਼ਕਾਰੀ ਕਰਦਾ ਜੀ। ਕਿਹੜੇ ਦੇਸ਼ਾਂ ਦੇ ਸਮਰਥਨ ਦੇ ਲਈ ਲਿਖਿਆ ਗਿਆ ਸੀਗਾ ਜੀ? ਲੋਕਾਂ ਦੇ ਸਮਰਥਨ ਦੇ ਲਈ। ਕਿੱਥੋਂ ਦੇ ਰਹਿਣ ਵਾਲੇ ਸੀਗੇ ਜੀ, ਉਹ ਖਾਸ ਤੌਰ 'ਤੇ ਯਾਦ ਰੱਖਿਓ। ਇੱਕ ਕੁੜੀ ਦੀ ਲਾਸ਼, ਇਹ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਜੀ। ਇਸ ਲੇਖ ਵਿੱਚ ਬਲਰਾਜ ਸਾਹਨੀ ਨੇ ਸਮੁੰਦਰ ਦੇ ਕਿਨਾਰੇ ਪਈ ਹੋਈ ਇੱਕ ਮੁਟਿਆਰ ਦੀ ਲਾਸ਼ ਦਾ ਵਰਣਨ ਕੀਤਾ ਕਿ ਉਸ ਦੇ ਨਾਲ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹੋਣੀਆਂ, ਉਸ ਦੀ ਪੇਸ਼ਕਾਰੀ ਕਰਦੇ ਨੇ ਜੀ ਆਪਦੀ। ਗੁਰਬਾਣੀ ਜੀ ਜੋ ਲੇਖ ਹੈ, ਇਸ ਦੇ ਵਿੱਚ ਲੇਖ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਹਿ ਲਓ ਸੰਕਲਨ ਦੇ ਸਮੇਂ ਜੋ ਗੁਰੂ ਸਾਹਿਬਾਨਾਂ ਦੀ ਬਾਣੀ ਰਚੀ ਗਈ ਹੈ, ਸਰਬ ਸਾਂਝੀ ਵਿਰਾਸਤ ਦਾ ਗੁਣਗਾਨ ਗਾਇਆ ਕਿ ਗੁਰੂ ਸਾਹਿਬਾਂ ਨੇ ਜੀ ਜੋ ਬਾਣੀ ਰਚੀ ਹੈ ਉਹ ਬਹੁਤ ਸਾਰੇ ਲੋਕਾਂ ਦਾ ਭਲਾ ਕਰਦੀ ਹੈ ਜੀ। ਉਸ ਦੀ ਪੇਸ਼ਕਾਰੀ ਕਰਦੇ ਆ ਜੀ, ਅਤੇ ਜਿਸ ਦੇ ਰਾਹੀਂ ਲੋਕਾਂ ਨੂੰ ਬਹੁਤ ਸਾਰਾ ਗਿਆਨ ਹਾਸਲ ਹੁੰਦਾ। ਚਪੇੜ ਅਗਲਾ ਲੇਖ ਦੀ ਗੱਲਬਾਤ ਕਰੀਏ ਜੀ। ਇਸ ਲੇਖ ਦੇ ਰਾਹੀਂ ਲੇਖਕ ਨੇ ਇੱਕ ਪਿਤਾ ਦੁਆਰਾ ਆਪਣੇ ਬੱਚੇ ਨੂੰ ਚਪੇੜਾ ਮਾਰਨ ਦਾ ਦ੍ਰਿਸ਼ ਯਾਦ ਦਰਜ ਕਰਦਾ ਗਾ। ਇਸ ਲੇਖ ਦੇ ਰਾਹੀਂ ਲੇਖਕ ਕੀ ਕਰਦਾ ਜੀ? ਇੱਕ ਪਿਤਾ ਦੇ ਦੁਆਰਾ ਆਪਣੇ ਬੱਚੇ ਨੂੰ ਚਪੇੜਾ ਮਾਰਨ ਦੇ ਦ੍ਰਿਸ਼ ਦੀ ਯਾਦ ਕਰਦਾ। ਬਲਰਾਜ ਸਾਹਨੀ ਨੂੰ ਚਪੇੜਾ ਮਾਰਨ ਦਾ ਦ੍ਰਿਸ਼ ਚੰਗੇ ਨਹੀਂ ਲੱਗਦੇ ਖਾਸ ਤੌਰ 'ਤੇ ਜੀ, ਕਿਉਂਕਿ ਇੱਕ ਸੋਚ ਹੈਗੀ ਹੈ ਜੀ ਉਸਦੀ, ਬੱਚਿਆਂ ਨੂੰ ਚਪੇੜਾ ਮਾਰਨਾ, ਅਤੇ ਖਾਸ ਤੌਰ 'ਤੇ ਇੱਕ ਪਿਤਾ ਦੁਆਰਾ ਉਹ ਇਸ ਤਰ੍ਹਾਂ ਦਾ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ। ਇਸ ਤਰ੍ਹਾਂ ਦੇ ਚਪੇੜਾ ਮਾਰਨ ਦੇ ਦ੍ਰਿਸ਼ ਉਹਨਾਂ ਨੂੰ ਵਧੀਆ ਨਹੀਂ ਲੱਗਦੇ ਜੀ ਫਿਲਮਾਂ ਦੇ ਵਿੱਚ ਵੀ। ਪੀ ਫਾਰਮ, ਇਸ ਵਿੱਚ ਲੇਖਕ ਨੇ ਕੀ ਦੱਸਿਆ ਜੀ? ਭਾਰਤੀ ਸਰਕਾਰ ਦੇ ਕਈ ਅਧਿਕਾਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਨੇ ਜੀ। ਪੀ ਫਾਰਮ ਦੀ ਗੱਲਬਾਤ ਕਰੀਏ ਨਾਂ 'ਤੇ ਜੀ ਵਿਦੇਸ਼ ਆਉਣ ਜਾਣ ਅਤੇ ਲੋਕਾਂ ਨੂੰ ਤੰਗ ਕਰਦੇ ਰਹਿੰਦੇ ਆ ਜੀ। ਇਸ ਦੀ ਗੱਲਬਾਤ ਕੀਤੀ ਹੈ ਕਿ ਕੁਛ ਅਧਿਕਾਰੀਆਂ ਦੀ ਗੱਲਬਾਤ ਕਰਦਾ ਜੀ ਇਹ ਪੀ ਫਾਰਮ, ਕਿ ਜਿਸ ਦੇ ਵਿੱਚ ਲੋਕ ਜਿਹੜਾ ਹੈਗਾ ਜੀ ਐਵੇਂ ਤੰਗ ਕਰੀ ਜਾਂਦੇ ਆ ਜੀ। ਭਾਰਤ ਸਰਕਾਰ ਦੇ ਅਧਿਕਾਰੀ ਨੇ ਜੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਨੇ, ਬਾਹਰਲੇ ਦੇਸ਼ਾਂ ਵਗੈਰਾ 'ਚ ਘੁੰਮ ਫਿਰਦੇ ਨੇ ਜੀ। ਉਸ ਦੇ ਲਈ ਖਰਚਾ ਆਉਂਦਾ, ਉਹ ਸਾਰਾ ਸਰਕਾਰ ਨੂੰ ਕਰਨਾ ਪੈਂਦਾ। ਉਸ ਦੀ ਗੱਲਬਾਤ ਕੀਤੀ ਹੋਈ ਹੈ ਜੀ। ਹੀਰੋ ਲੇਖ ਗੱਲਬਾਤ ਕਰੀਏ, ਇਸ ਵਿੱਚ ਲੇਖਕ ਨੇ ਜੀ ਫਿਲਮੀ ਹੀਰੋ ਅਤੇ ਵਾਸਤਵ
ਹੀਰੋ ਦੇ ਦਰਮਿਆਨ ਤੁਲਨਾ ਕੀਤੀ ਹੈ। ਰਾਜ ਨੇ ਜੀ ਜੋ ਅਸਲੀ ਜ਼ਿੰਦਗੀ ਦਾ ਹੀਰੋ ਹੈ ਉਸ ਦੀ ਪੇਸ਼ਕਾਰੀ ਕੀਤੀ ਹੈ, ਨਾਲ ਜੋ ਫਿਲਮਾਂ ਦਾ ਹੀਰੋ ਹੈ ਜੀ ਉਹਨਾਂ ਦੇ ਦੋਨਾਂ ਦੀ ਤੁਲਨਾ ਕੀਤੀ ਹੈ ਕਿ ਕਿਵੇਂ ਦੋਨਾਂ ਦੇ ਵਿੱਚ ਵੱਖਰਤਾ ਹੈਗੀ ਹੈ। ਲੋਕ ਐਵੇਂ ਕਹਿੰਦੇ ਜੀ ਜੋ ਫਿਲਮਾਂ ਵਾਲੇ ਹੀਰੋ ਉਹਦੇ ਮਗਰ ਭੱਜਦੇ ਨੇ, ਉਸ ਦੀ ਗੱਲਬਾਤ ਕਰ ਰਹੇ ਆ ਜੀ। ਅਤੇ ਫਿਲਮੀ ਅਸਲੀ ਜ਼ਿੰਦਗੀ ਦਾ ਹੀਰੋ ਉਹੀ ਹੈ ਜੀ ਜੋ ਮਿਹਨਤ ਕਰਦਾ, ਕੰਮ ਕਰਦਾ, ਉਸ ਦੀ ਪੇਸ਼ਕਾਰੀ ਕਰਦੀ ਹੈ। ਮੇਰੀ ਫਿਲਮੀ ਆਤਮ ਕਥਾ ਜੀ ਜੋ ਉਹਨਾਂ ਦੀ ਸਵੈ ਜੀਵਨੀ ਹੈ ਜੀ। ਆਤਮ ਕਥਾ ਦਾ ਮਤਲਬ ਤੁਸੀਂ ਸਮਝਦੇ ਹੋ, ਸਵੈ ਜੀਵਨੀ ਇਹ ਇੱਕ ਕੀ ਆ, ਸਵੈ ਜੀਵਨੀ ਹੈ। ਇਹਦੇ ਵਿੱਚ ਕਿੰਨੇ ਅਧਿਆਏ ਆ ਜੀ? 19। ਇਹਨੂੰ 2 ਭਾਗਾਂ ਦੇ ਵਿੱਚ ਵੰਡਦੇ ਹਾਂ ਅਤੇ ਇਹਦੇ ਵਿੱਚ ਪੂਰੇ ਦੋਨੇ ਭਾਗ 1972 ਦੇ ਤੱਕ ਪੂਰੇ ਕੀਤੇ ਗਏ ਆ। ਖਾਸ ਤੌਰ 'ਤੇ ਨੋਟ ਕਰ ਰਹੇ ਹਾਂ, ਜੇਕਰ ਆਪਾਂ ਪਹਿਲੇ ਭਾਗ ਦੀ ਗੱਲਬਾਤ ਕਰੀਏ ਜੀ, ਮਈ 1946 ਤੋਂ ਲੈ ਕੇ ਮਈ 1947 ਤੱਕ ਦੇ ਜੋ ਸਮਾਂ, ਵੇਰਵਾ, ਘਟਨਾਵਾਂ ਨੇ ਉਹ ਤੱਕ ਦੀਆਂ ਉਹਨਾਂ ਦੀ ਪੇਸ਼ਕਾਰੀ ਕੀਤੀ ਆ। ਇਹਦੇ ਵਿੱਚ ਕਿੰਨੇ ਅਧਿਆਏ ਨੇ? 11, ਜਾਂ ਇਹਦੇ ਵਿੱਚ 11 ਅਧਿਆਏ ਆ ਅਤੇ ਬਾਕੀ ਕਿੰਨੇ ਬਚ ਗਏ ਜੀ? 8। ਤਾਂ ਇਹਦੇ ਵਿੱਚ 44 ਦੀ ਗੱਲਬਾਤ ਹੋ ਰਹੀ ਹੈ। ਇਹਦੇ ਕਿੱਥੇ ਕਿਹਦਾ ਰਾਜ ਹੋਏਗਾ ਜੀ? ਅੰਗਰੇਜ਼ਾਂ ਦਾ। ਅੰਗਰੇਜ਼ਾਂ ਦੇ ਰਾਜ ਦੇ ਸਮੇਂ ਦੀ ਪੇਸ਼ਕਾਰੀ ਕੀਤੀ ਹੈ ਜੀ। ਬ੍ਰਿਟਿਸ਼ ਜੋ ਰਾਜ ਹੈ ਜੀ ਉਸ ਦੀ ਪੇਸ਼ਕਾਰੀ ਕਰਦਾ ਇਹ ਭਾਗ। ਦੂਜੇ ਭਾਗ ਦੇ ਵਿੱਚ ਕਿੰਨੇ ਅਧਿਆਏ ਰਹਿ ਗਏ ਜੀ? 8। 8 ਦੀ ਆਪਾਂ ਗੱਲਬਾਤ ਕਰਦੇ ਹਾਂ। ਇਹ ਭਾਗ ਦੇ ਵਿੱਚ ਜੁਲਾਈ 1947 ਤੋਂ ਲੈ ਕੇ 1966 ਤੱਕ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਾ। ਆਜ਼ਾਦੀ ਦੇ ਸਮੇਂ ਦੀ ਪੇਸ਼ਕਾਰੀ ਕੀਤੀ ਹੈ ਜੀ, ਕਿਉਂਕਿ ਤੁਹਾਨੂੰ ਪਤਾ ਜੀ 47 ਦੀ ਗੱਲਬਾਤ ਹੋ ਰਹੀ ਹੈ, ਅਗਸਤ ਦੇ ਵਿੱਚ ਆਪਾਂ ਨੂੰ ਆਜ਼ਾਦੀ ਮਿਲਦੀ ਹੈ, ਉਸ ਦੀ ਪੇਸ਼ਕਾਰੀ ਕਰਦੇ ਆ। ਇਹ ਕਹਿ ਲਓ ਜੀ ਆਤਮ ਕਥਾ ਹੈਗੀ ਆ। ਲੇਖਕ ਨੇ ਆਪਣੇ ਫਿਲਮੀ ਜੀਵਨ ਦਾ ਵਰਣਨ ਕਿਹੜੀ ਵਿਧੀ ਦੇ ਰਾਹੀਂ ਕੀਤਾ ਜੀ? ਫਲੈਸ਼ ਬੈਕ ਦੇ ਰਾਹੀਂ। ਫਲੈਸ਼ ਬੈਕ ਇੱਕ ਵਿਧੀ ਹੁੰਦੀ ਹੈ ਜੀ, ਜਿਹੜਾ ਹੋਣ ਵਾਲਾ ਸਮਾਂ ਜੀ ਉਸ ਤੋਂ ਲੈ ਕੇ ਬੈਕ ਦੀਆਂ ਯਾਦਾਂ ਨੂੰ ਆਪਾਂ ਯਾਦ ਕਰਦੇ ਹਾਂ। ਫਿਲਮਾਂ 'ਚ ਤੁਸੀਂ ਤਕਨੀਕ ਵੇਖੀ ਹੋਵੇ, ਇੱਕ ਸੁਪਨੇ ਦੀ ਤਰ੍ਹਾਂ ਦਿਖਾਉਂਦੇ ਆ ਕਿ ਅੱਜ ਦੇ ਦੌਰ ਦੇ ਵਿੱਚ ਬੈਠਾ ਬੰਦਾ ਜਦੋਂ ਬੈਕ ਵਾਲੀਆਂ ਗੱਲਾਂ ਨੂੰ ਯਾਦ ਕਰਦਾ, ਉਹ ਕਿਹੜੀਆਂ ਕਿਹੜੀਆਂ ਘਟਨਾਵਾਂ ਉਹਦੇ ਨਾਲ ਵਾਪਰੀਆਂ ਸੀ, ਉਸ ਦੀ ਗੱਲਬਾਤ ਕੀਤੀ। ਸਿਨੇਮਾ ਅਤੇ ਸਟੇਜ ਇੱਕ ਕਹਿ ਲਓ ਜੀ ਸਿਧਾਂਤਕ ਪੁਸਤਕ ਹੈਗੀ ਹੈ। ਇਸ ਦੇ ਵਿੱਚ ਸਿਨੇਮਾ ਅਤੇ ਸਟੇਜ ਦੇ ਤਕਨੀਕੀ ਪੱਖਾਂ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਅਤੇ ਇਹਦੇ ਵਿੱਚ ਕਿਹੜੇ ਕਿਹੜੇ ਲੇਖ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਜੀ, ਉਹਨਾਂ ਦੀ ਗੱਲਬਾਤ ਕਰੀਏ। ਸਿਨੇਮਾ ਅਤੇ ਸਟੇਜ ਦੇ ਬਾਰੇ, ਕਲਾਕਾਰ ਜੰਮਦਾ ਹੈ ਜਾਂ ਬਣਦਾ ਜੀ, ਜਿਸ ਦੀ ਆਪਾਂ ਗੱਲ ਕਰ ਚੁੱਕੇ ਹਾਂ। ਐਕਟਿੰਗ ਇੱਕ ਕਲਾ ਜੀ, ਇਹ ਹੈ ਫਿਲਮੀ ਦੁਨੀਆ। ਕਲਾਕਾਰ ਯੂਨੀਅਨ ਸਟੂਡੀਓ ਵਿੱਚ ਸੁਰੱਖਿਅਤ ਫੰਡ ਜਲੂਸ। ਬਿਮਲ ਰਾਏ ਨਾਲ ਸੰਬੰਧਿਤ ਇੱਕ ਰਚਨਾ ਹੈਗੀ ਆ ਉਹਨਾਂ ਦੀ। ਪ੍ਰਿਥਵੀ ਰਾਜ ਅਤੇ ਨਾਟਕ ਕਲਾ ਜੀ, ਉਹਨਾਂ ਨਾਲ ਸੰਬੰਧਿਤ ਕੁਛ ਰਚਨਾਵਾਂ ਨੇ ਜੀ। ਇਹ ਪੇਸ਼ਕਾਰੀ ਕਿਹੜੇ ਕਹਿ ਲਓ ਜੀ ਰਚਨਾ ਦੇ ਵਿੱਚ ਕੀਤੀ ਹੋਈ ਹੈ? ਸਿਨੇਮਾ ਅਤੇ ਸਟੇਜ 'ਤੇ। ਹੁਣ ਗੱਲਬਾਤ ਕਰਦੇ ਹਾਂ ਜੀ ਕਲਾ ਪੱਖ ਦੇ ਬਾਰੇ। ਬਲਰਾਜ ਸਾਹਨੀ ਦੇ ਜੋ ਕਲਾ ਪੱਖ ਦੀਆਂ ਵਿਸ਼ੇਸ਼ਤਾਵਾਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਜੀ। ਬਲਰਾਜ ਸਾਹਨੀ ਨੇ ਸਾਹਿਤਕ ਜੋ ਜੀਵਨ ਹੈ ਜੀ ਉਸ ਦੀ ਪੇਸ਼ਕਾਰੀ ਦੀ ਗੱਲਬਾਤ ਕਰੀ। ਰਚਨਾਵਾਂ ਵਿੱਚ ਵਿਸ਼ੇ ਦੀ ਗੱਲਬਾਤ ਕਰਦੇ ਹਾਂ। ਵਿਸ਼ੇ ਜੀਵਨ ਨੂੰ ਨਿੱਕੀਆਂ ਨਿੱਕੀਆਂ ਘਟਨਾਵਾਂ ਦੇ ਰਾਹੀਂ, ਗੱਲਾਂ ਦੇ ਰਾਹੀਂ ਨਿਕਲਦੇ ਜਾਂਦੇ ਆ, ਜੋ ਉਹਨਾਂ ਨੇ ਵੇਰਵੇ ਪੇਸ਼ ਕੀਤੇ ਆ ਜੀ। ਆਪਦੀਆਂ ਰਚਨਾਵਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਕਰਦਾ ਜੀ, ਘਟਨਾਵਾਂ ਦੇ ਬਾਰੇ ਪੇਸ਼ਕਾਰੀ ਕਰਦਾ। ਉਸਦੀ ਲਿਖਣ ਸ਼ੈਲੀ ਘਟਨਾਵਾਂ ਨੂੰ ਸੂਖਮ ਵੇਰਵਿਆਂ ਨੂੰ ਉਭਾਰਦੀ ਅਤੇ ਜੀਵਨ ਦੇ ਖੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ ਜੀ। ਖਾਸ ਤੌਰ 'ਤੇ ਨੋਟ ਕਰਿਓ ਜੀ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਕੀ ਵੇਖਣ ਨੂੰ ਮਿਲਦਾ? ਖੁਸ਼ਹਾਲੀ ਦਾ ਪ੍ਰਤੀਕ ਹੈ ਜੀ। ਉਹ ਛੋਟੇ ਛੋਟੇ ਵੇਰਵੇ ਨੇ ਜੀ, ਛੋਟੀਆਂ ਛੋਟੀਆਂ ਘਟਨਾਵਾਂ ਨੇ, ਖੁਸ਼ਹਾਲੀ ਦਾ ਪ੍ਰਤੀਕ ਨੇ। ਬਲਰਾਜ ਦੀਆਂ ਲਿਖਤਾਂ ਵਿੱਚ ਖੁਸ਼ਹਾਲੀ ਨੂੰ ਬੌਧਿਕ ਅਤੇ ਆਤਮਿਕ ਹੈ ਜੀ, ਅਤੇ ਮਨੁੱਖ ਨੂੰ ਔਖੀ ਤੋਂ ਔਖੀ ਸਥਿਤੀ ਵਿੱਚ ਵੀ ਆਪਣੇ ਆਪ ਨੂੰ ਬਚਾਈ ਰੱਖਣ ਦੀ ਗੱਲਬਾਤ ਕੀਤੀ ਹੈ। ਇਸੇ ਤਰ੍ਹਾਂ ਦੇ ਉਹਨਾਂ ਦੇ ਪਾਤਰ ਸੱਚੇ ਸੁੱਚੇ ਨਜ਼ਰ ਆਉਂਦੇ ਨੇ ਜੀ। ਉਹਨਾਂ ਨੇ ਜੀਵਨ ਦੇ ਔਖੇ ਤੋਂ ਔਖੇ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਬਚਾਈ ਰੱਖਣ ਦੀ ਗੱਲਬਾਤ ਕੀਤੀ ਹੋਈ ਹੈ ਅਤੇ ਸੱਚੇ ਸੁੱਚੇ ਕਿਰਦਾਰ ਦੀ ਗੱਲਬਾਤ ਕਰ ਰਹੇ ਨੇ, ਉਹ ਖਾਸ ਤੌਰ 'ਤੇ ਨੋਟ ਕਰਿਓ। ਭਾਸ਼ਾ, ਬਲਰਾਜ ਸਾਹਨੀ ਦੀ ਜੋ ਰਚਨਾਵਾਂ ਨੇ ਉਹਨਾਂ ਦੇ ਵਿੱਚ ਕਿਹੜੀਆਂ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਜੀ। ਬਲਰਾਜ ਸਾਹਨੀ ਨੇ ਜੀ ਆਪਣੇ ਲੋਕਾਂ ਨਾਲ ਮੋਹ ਦੇ ਰਿਸ਼ਤੇ ਵਿੱਚ ਬੱਝਾ ਹੋਇਆ ਸਾਹਿਤਕਾਰ ਹੈ। ਉਸਨੇ ਮੁੰਬਈ ਦੀ ਚਕਾਚੌਂਧ ਵਿੱਚ ਵੀ ਪਿੰਡ ਦੀ ਭਾਸ਼ਾ ਵਿਚਲੀ ਮਿਠਾਸ ਨਹੀਂ ਲੱਭਦੀ ਜੀ। ਜੇਕਰ ਆਪਾਂ ਗੱਲਬਾਤ ਕਰਦੇ ਹਾਂ ਕਿ ਬਲਰਾਜ ਸਾਹਨੀ ਇੱਕ ਕਲਾਕਾਰ ਬਣ ਗਿਆ ਸੀ, ਲੋਕਾਂ ਦੇ ਮੋਹ ਦੇ ਰਿਸ਼ਤੇ ਨੇ ਜੀ ਉਹਦੇ ਵਿੱਚ, ਇਹ ਫਿਰ ਵੀ ਉਹ ਮੁੰਬਈ ਗਿਆ, ਫਿਰ ਵੀ ਉੱਥੇ ਜਾ ਕੇ ਕਿੱਥੋਂ ਦੀ ਭਾਸ਼ਾ ਨੂੰ ਯਾਦ ਕਰਦਾ ਜੀ? ਪਿੰਡ ਦੀ ਭਾਸ਼ਾ ਨੂੰ। ਉਹਦੇ ਅਥਰੂ ਵਾਰਤਕ ਜੋ ਅਥਰੂ ਲੇਖ ਹੈ ਜੀ, ਉਸਦੀ ਆਪਾਂ ਗੱਲਬਾਤ ਕੀਤੀ ਹੈ। ਨਿਬੰਧ ਦੇ ਰਾਹੀਂ ਬਲਰਾਜ ਸਾਹਨੀ ਨੇ ਆਪਣੀ ਭਾਸ਼ਾ, ਆਪਣੇ ਇਲਾਕੇ ਦੇ ਪ੍ਰਤੀ ਆਪਣਾ ਮੋਹ ਲਗਾਓ ਦੀ ਗੱਲ ਕਰਦਾ ਗਾ ਜੀ। ਖਾਸ ਤੌਰ 'ਤੇ ਨੋਟ ਕਰਿਓ ਜੀ, ਜਿਹਦੇ ਵਿੱਚ ਆਪਣੀ ਭਾਸ਼ਾ ਨੂੰ ਯਾਦ ਕਰਦਾ, ਆਪਣੀਆਂ ਗੱਲਾਂ ਨੂੰ ਯਾਦ ਕਰਦਾ, ਆਪਣੇ ਇਲਾਕੇ ਦੇ ਪ੍ਰਤੀ ਜੋ ਉਹਦਾ ਮੋਹ ਹੈਗਾ ਉਸ ਦੀ ਪੇਸ਼ਕਾਰੀ ਕਰਦਾ। ਉੱਥੇ ਹੀ ਉਸ ਦੀ ਲਿਖਤ ਭਾਰਤ ਦੇ ਸਮੁੱਚੇ ਸਮਾਜਿਕ, ਆਰਥਿਕ, ਰਾਜਨੀਤਿਕ ਪ੍ਰਬੰਧ ਦੀਆਂ ਊਨਤਾਵਾਂ ਨੂੰ ਬੜੀ ਸੂਖਮਤਾ ਦੇ ਨਾਲ ਪੇਸ਼ ਕਰਦਾ। ਇਹ ਸਮੁੱਚੇ ਪ੍ਰਬੰਧ ਦੇ ਉੱਪਰ ਸੂਖਮ ਵਿਅੰਗ ਸਹਿਜ ਵਿਧੀ ਦੇ ਨਾਲ ਵਾਰਤਕ ਲੇਖਣੀ ਦੇ ਵਿੱਚ ਖਾਸਾ ਵੇਖਣ ਨੂੰ ਮਿਲਦਾ ਜੀ। ਜੇਕਰ ਆਪਾਂ ਬਲਰਾਜ ਸਾਹਨੀ ਦੀ ਗੱਲਬਾਤ ਕਰੀਏ ਜੀ, ਮੋਹ ਦੇ ਰਿਸ਼ਤਿਆਂ ਦੀ ਗੱਲਬਾਤ ਕਰ ਚੁੱਕੇ ਹਾਂ, ਅਥਰੂ ਰਚਨਾ ਦੀ ਗੱਲਬਾਤ ਕਰ ਚੁੱਕੇ ਹਾਂ ਜੀ ਆਪਾਂ। ਉਹਨਾਂ ਨੇ ਜੋ ਭਾਰਤੀ ਜੋ ਰਾਜ ਵਿਵਸਥਾ ਹੈਗੀ ਆ, ਸਮਾਜਿਕ, ਆਰਥਿਕ, ਰਾਜਨੀਤਿਕ ਜੋ ਊਨਤਾਈਆਂ ਨੇ ਜੀ,
ਉਹਨਾਂ ਦੀ ਪੇਸ਼ਕਾਰੀ ਕਰਦੇ ਆ ਕਿ ਉਸ ਸਮੇਂ ਦੇ ਹਾਲਾਤ ਕਿਸ ਤਰ੍ਹਾਂ ਦੇ ਨਹੀਂ ਸੀ। ਉਹਦੇ ਵਿੱਚ ਜੋ ਗਿਰਾਵਟ ਆ ਚੁੱਕੀ ਹੈ ਉਸ ਦੀ ਪੇਸ਼ਕਾਰੀ ਕਰਦੇ ਆ ਬੜੀ ਸੌਖੇ ਤਰੀਕੇ ਨਾਲ। ਸਮੁੱਚੇ ਪ੍ਰਬੰਧ ਦੇ ਉੱਪਰ ਸੂਖਮ ਵਿਅੰਗ ਵੀ ਬੜੇ ਹੀ ਸਹਿਜ ਤਰੀਕੇ ਨਾਲ ਕਰਦੇ ਆ। ਕਾਹਦੇ ਰਾਹੀਂ? ਜੋ ਉਹਨਾਂ ਦੀ ਵਾਰਤਕ ਲਿਖਣੀ ਆ ਉਸ ਦੇ ਰਾਹੀਂ ਕਰਦੇ ਆ। ਵਾਰਤਕ ਦੀ ਵਿਸ਼ੇਸ਼ਤਾ, ਉਹਨਾਂ ਦੀ ਜੋ ਵਾਰਤਕ ਲਿਖੀ ਗਈ ਹੈ ਜੀ ਉਹਦੀਆਂ ਵਿਸ਼ੇਸ਼ਤਾਵਾਂ ਆਪਾਂ ਨੂੰ ਕੀ ਵੇਖਣ ਨੂੰ ਮਿਲਦੀਆਂ ਨੇ। ਉਹਨਾਂ ਦੀ ਜੋ ਉਸਾਰੀ ਬੁੱਧੀ ਹੈ, ਭਾਵ ਸੁੰਦਰ ਸੁਮੇਲ ਵੇਖਣ ਨੂੰ ਮਿਲਦਾ ਜੀ। ਉਹਨਾਂ ਦੀਆਂ ਰਚਨਾਵਾਂ ਵਿੱਚ ਰੌਚਕਤਾ ਰਸ ਕਹਾਣੀ ਦੇ ਵਾਂਗ ਪਾਠਕਾਂ ਦੇ ਮਨ ਵਿੱਚ ਉਤਰਦੀ ਜਾਂਦੀ ਹੈ। ਪਾਤਰਾਂ ਦੀ ਜੋ ਮਾਨਸਿਕਤਾ ਹੈਗੀ ਹੈ ਉਹਨੂੰ ਪਕੜ ਕੇ ਸ਼ਬਦਾਂ ਦੇ ਵਿੱਚ ਬੰਨ੍ਹ ਕੇ ਪੇਸ਼ਕਾਰੀ ਕਰਦੇ ਆ। ਉਹਨਾਂ ਦੀਆਂ ਵਾਰਤਕ ਲਿਖਤਾਂ ਦੇ ਵਿੱਚ ਜਿੱਥੇ ਕਹਾਣੀ ਵਰਗਾ ਹੀ ਵੇਗ ਦਿਖਾਈ ਦਿੰਦਾ ਹੈ, ਉੱਥੇ ਉਸ ਦੀ ਲਿਖਤ ਵਿੱਚ ਨਾਟਕ ਹਾਸਾ ਦੀ ਆਪਾਂ ਗੱਲਬਾਤ ਕਰੀਏ ਜੀ, ਨਾਟਕੀ ਜੋ ਅੰਸ਼ ਨੇ ਜੀ ਉਹ ਆਪਾਂ ਨੂੰ ਵੇਖਣ ਨੂੰ ਮਿਲਦੇ ਆ। ਉਹਨਾਂ ਦਾ ਵਿਅੰਗ ਜੇਕਰ ਆਪਾਂ ਗੱਲਬਾਤ ਕਰੀਏ ਜੀ ਉਹ ਵੀ ਪੇਸ਼ਕਾਰੀ ਕਰਦੇ ਆ, ਕਲਮ ਦੀ ਨੋਕ ਦੇ ਉੱਪਰ ਲੈ ਕੇ ਆਉਂਦੇ ਨੇ। ਉਸ ਤੋਂ ਇਲਾਵਾ ਜੀ ਅਨੇਕ ਘਟਨਾਵਾਂ ਨੂੰ ਸਹਿਜ ਹੀ ਪੇਸ਼ ਕਰ ਜਾਂਦੇ ਨੇ, ਅਸਲੀ ਸਿਰਜ ਜਾਂਦੇ ਨੇ, ਅਸਲੀ ਜੀਵਨ ਦੀ ਜਿਸ ਤਰ੍ਹਾਂ ਪੇਸ਼ਕਾਰੀ ਕਰਦੇ ਨੇ ਉਸੇ ਤਰ੍ਹਾਂ ਉਹਨਾਂ ਦੀ ਇੱਕ ਰਚਨਾ ਹੈਗੀ ਹੈ ਲੋਹੇ ਦੇ ਹਾਥੀ ਵਰਗੀਆਂ ਰਚਨਾਵਾਂ। ਇਸ ਦੀ ਐਗਜ਼ਾਮਪਲ ਵੇਖ ਸਕਦੇ ਹਾਂ ਕਿ ਉਹਨਾਂ ਦੀ ਖਾਸ ਕਰੀਏ ਜੀ ਬੁੱਧੀ ਜੋ ਉਸਾਰਦੀ ਹੈ ਜੀ ਘਟਨਾਵਾਂ ਨੂੰ, ਭਾਵ ਨੇ ਉਹਨਾਂ ਨੂੰ ਪੇਸ਼ਕਾਰੀ ਕਰਦੀ ਹੈ। ਰਚਨਾ ਦੇ ਵਿੱਚ ਰੌਚਕਤਾ ਕਹਾਣੀ ਦੇ ਜੋ ਰਸ ਦੇ ਵਾਂਗ ਵੇਖਣ ਨੂੰ ਮਿਲਦੀ ਹੈ। ਪਾਤਰਾਂ ਦੀ ਮਾਨਸਿਕਤਾ ਪੇਸ਼ਕਾਰੀ ਕਰਦੇ ਆ ਜੀ। ਵਾਰਤਕ ਦੀਆਂ ਲਿਖਤਾਂ ਦੇ ਵਿੱਚ ਜੋ ਉਹਨਾਂ ਦੀਆਂ ਵੇਗ ਵੇਖਣ ਨੂੰ ਮਿਲਦਾ ਜੀ, ਜੋ ਲਿਖਤ ਦਾ ਇੱਕ ਢਾਂਚਾ ਹੁੰਦਾ ਜੀ ਉਹਦੇ ਵਿੱਚ ਜੀ ਵੱਖਰਾ ਬਣਾ ਦਿੰਦਾ ਉਹਨਾਂ ਨੂੰ। ਉਹਨਾਂ ਦੇ ਜੋ ਜੀ ਵਿਅੰਗ ਦਾ ਕਰਨ ਦਾ ਅੰਦਾਜ਼ ਹੈ ਉਹ ਕਲਮ ਦੀ ਨੋਕ ਦੇ ਰਾਹੀਂ ਜੋ ਆਪਾਂ ਨੂੰ ਵੇਖਣ ਨੂੰ ਮਿਲਦਾ, ਉਹ ਜੀ ਨੇ ਘਟਨਾਵਾਂ ਨੂੰ ਸਹਿਜ ਸੁਭਾਅ ਹੀ ਪੇਸ਼ ਕਰ ਜਾਂਦੇ ਆ। ਅਤੇ ਜਿਹਦੀ ਅਸਲ ਜੇਕਰ ਆਪਾਂ ਗੱਲਬਾਤ ਕਰੀਏ ਜੀ ਐਗਜ਼ਾਮਪਲ ਸਭ ਤੋਂ ਵਧੀਆ ਬਲਰਾਜ ਦੇ ਜੇਕਰ ਸਫ਼ਰਨਾਮਿਆਂ ਦੇ ਵਿੱਚੋਂ ਉਸ ਦੀ ਵਾਰਤਕ ਲੇਖਣ ਦਾ ਕਮਾਲ ਵੇਖਿਆ ਜਾ ਸਕੇ ਤਾਂ ਉਹ ਉਹਦੇ ਨਿੱਜੀ ਅਤੇ ਇਕਸੁਰਤਾ ਦੇ ਵਿੱਚ ਰਚੇ ਗਏ ਨੇ। ਰੂਸੀ ਸਫ਼ਰਨਾਮੇ ਵਿੱਚ ਉਸ ਦੀ ਵਿਚਾਰਧਾਰਾ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ। ਮੇਰਾ ਪਾਕਿਸਤਾਨੀ ਸਫ਼ਰਨਾਮੇ ਦੀ ਗੱਲਬਾਤ ਕਰੀਏ ਜੀ ਉਸ ਦੀ ਇੱਥੇ ਕੀ ਪੇਸ਼ਕਾਰੀ ਕਰਦਾ ਜੀ, ਉਸ ਦੀ ਧਰਤੀ ਦੇ ਪ੍ਰਤੀ ਜੋ ਭਾਵਕ ਟੱਚ ਹੈ ਉਹ ਆਪਾਂ ਨੂੰ ਵੇਖਣ ਨੂੰ ਮਿਲਦਾ, ਕਿਉਂਕਿ ਜੀ 2 ਦਹਾਕਿਆਂ ਦੇ ਬਾਅਦ ਇਹਦਾ ਜਨਮ ਉੱਧਰ ਹੁੰਦਾ ਕਿ ਤਕਰੀਬਨ 2 ਦਹਾਕਿਆਂ ਦੇ ਬਾਅਦ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਫਿਰ ਜਾਂਦਾ। ਉਹ ਕੁਦਰਤੀ ਗੱਲ ਹੈ ਕਿ ਬੰਦੇ ਦਾ ਜੋ ਭਾਵੁਕ ਹੋਣਾ ਲਾਜ਼ਮੀ ਹੈ, ਕਿਉਂਕਿ ਉੱਥੇ ਉਹਦਾ ਜਨਮ ਹੋਇਆ, ਉਹਦੇ ਨਾਲ ਬਹੁਤ ਸਾਰੀ ਉਹਦੀਆਂ ਯਾਦਾਂ ਜੁੜੀਆਂ ਹੋਈਆਂ ਨੇ, ਉਹਦੀ ਪੇਸ਼ਕਾਰੀ ਆ। ਅਤੇ ਮੇਰਾ ਪਾਕਿਸਤਾਨੀ ਸਫ਼ਰਨਾਮੇ ਵਿੱਚ ਉਹ ਵੇਖਣ ਨੂੰ ਮਿਲਦੀ ਹੈ ਭਾਵੁਕਤਾ ਦਾ ਅੰਸ਼। ਦੋਵੇਂ ਰਚਨਾਵਾਂ ਦੇ ਵਿੱਚ ਜੀ ਜੇਕਰ ਆਪਾਂ ਗੱਲਬਾਤ ਕਰੀਏ ਪੰਜਾਬੀ ਸਫ਼ਰਨਾਮਾ ਸਾਹਿਤ ਦੇ ਵਿੱਚ ਇੱਕ ਨਵੀਂ ਸੇਧ ਦਿੱਤੀ ਹੈ। ਆਜ਼ਾਦੀ ਤੋਂ ਲਗਭਗ 2 ਦਹਾਕਿਆਂ ਦੀ ਗੱਲਬਾਤ ਕਰੀਏ ਬਾਅਦ ਉਹ ਆਪਣੀ ਜਨਮ ਭੂਮੀ ਦੇ ਵਿੱਚ ਮੋਹ ਕਰਕੇ ਪਾਕਿਸਤਾਨ ਦੀ ਯਾਤਰਾ ਕਰਦਾ, ਜਿਹਦੀ ਰਚਨਾ ਨੂੰ ਪੇਸ਼ਕਾਰੀ ਕਰਦਾ। ਕਿਹੜੀ ਰਚਨਾ 'ਚ ਪੇਸ਼ਕਾਰੀ ਕੀਤੀ ਹੈ ਜੀ ਕਮੈਂਟ ਬਾਕਸ 'ਚ ਦੱਸੋ। ਮੁੜ ਵੇਖਿਆ ਜੀ ਪਿੰਡ, ਜੋ ਵਾਰਤਕ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜੀ, ਇੱਕ ਕਲਾਕਾਰ ਕਹਿ ਰਿਹਾ ਮੁੜ ਦੇਖਿਆ ਜੀ ਪਿੰਡ, ਜਿੱਥੇ ਜਨਮ ਹੋਇਆ ਉਸ ਦੀ ਗੱਲਬਾਤ ਕਰਤਾ ਜੀ। ਮੇਰਾ ਪਾਕਿਸਤਾਨੀ ਸਫ਼ਰਨਾਮਾ ਜੀ ਵਿੱਚੋਂ ਲਿਆ ਗਿਆ ਗਾ। ਇਸ ਵਿੱਚ ਵਾਰਤਕ ਕਿਹੜੀ ਹੈ ਜੀ ਸਲਾਹੀ ਗਈ ਹੈ, ਲੋਕਾਂ ਨੇ ਉਹਦੀ ਇਸ ਵਾਰਤਕ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ। ਅਤੇ ਭਾਸ਼ਾ ਵਿਭਾਗ ਦੇ ਵੱਲੋਂ ਗੱਲਬਾਤ ਕਰੀਏ ਜੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ ਗਿਆ ਹੈਗਾ ਖਾਸ ਤੌਰ 'ਤੇ ਜੀ। ਅਤੇ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਮੁੜ ਵੇਖਿਆ ਪਿੰਡ ਜੀ ਇਹ ਸ਼ਾਮਲ ਕੀਤਾ ਗਿਆ। ਕੀ ਇਹ ਸੱਚ ਹੈ ਬਾਪੂ, ਵੇਟਰ, ਦੀਵਾਰ, ਇੱਕ ਸਫ਼ਰ, ਇੱਕ ਦਾਸਤਾਨ, ਇਹ ਰਚਨਾਵਾਂ ਨੇ ਜਿਹੜੀਆਂ ਮੁਰਾਦ ਸਾਹਨੀ ਦੇ ਮਤਲਬ ਐਕਸਪਾਇਰ ਹੋਣ ਤੋਂ ਬਾਅਦ ਛਪਦੀਆਂ ਨੇ। ਖਾਸ ਤੌਰ 'ਤੇ ਨੋਟ ਕਰ ਲੈਣਾ ਜੀ ਇਹ 3 ਰਚਨਾਵਾਂ ਨੇ, ਇਹਨਾਂ ਨੂੰ ਬਾਅਦ ਦੇ ਵਿੱਚ ਛਾਪਿਆ ਜਾਂਦਾ। 2 ਪੰਜਾਬੀ ਫਿਲਮਾਂ ਨੇ ਜੀ, ਪੰਜਾਬੀ ਦੀ ਗੱਲਬਾਤ ਹੋ ਰਹੀ ਹੈ ਤਾਂ ਵਿਲੱਖਣਤਾ ਹੋਏਗੀ। ਨਾਨਕ ਦੁਖੀਆ ਸਭ ਸੰਸਾਰ ਬਹੁਤ ਪ੍ਰਸਿੱਧ ਹੈ ਜੀ। ਸਮੁੰਦਰ ਦੇ ਕੰਢੇ ਵਿੱਚ ਉਹਨਾਂ ਨੇ ਕੰਮ ਕੀਤਾ, ਦੋਵੇਂ ਫਿਲਮਾਂ ਹਿੱਟ ਹੋਈਆਂ ਨੇ ਅਤੇ ਕਈ ਇਨਾਮ ਵੀ ਹਾਸਲ ਕੀਤੇ ਨੇ ਇਹਨਾਂ ਫਿਲਮਾਂ ਨੇ। ਇਸ ਤੋਂ ਇਲਾਵਾ ਗੱਲਬਾਤ ਕਰੀਏ ਜੀ ਉਹਨਾਂ ਨੇ ਹੋਰ ਕਿਹੜੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਜੀ ਰਚੀਆਂ। ਮੁਰਾਦ ਸਾਹਨੀ ਨੇ ਭਾਵੇਂ ਕਿ ਕਵਿਤਾ ਵੀ ਰਚੀ ਹੈ, ਨਾਟਕ ਵੀ ਰਚਿਆ, ਪਰੰਤੂ ਉਹਨਾਂ ਨੇ ਜੀ ਇੱਕ ਪਹਿਚਾਣ ਦੀ ਗੱਲਬਾਤ ਕਰੀਏ, ਵੱਖਰੀ ਪਹਿਚਾਣ ਕਾਹਦੇ ਨਾਲ ਬਣਦੀ ਹੈ ਜੀ, ਪਛਾਣ ਕਾਹਦੇ ਨਾਲ ਬਣਦੀ ਹੈ ਜੀ, ਨਿਬੰਧ ਲੇਖਣ ਅਤੇ ਸਫ਼ਰਨਾਮੇ ਦੇ ਤੌਰ 'ਤੇ, ਸਫ਼ਰਨਾਮੇ ਦਾ ਲੇਖਕ ਹੈ ਉਹਨਾਂ ਦੇ ਤੌਰ 'ਤੇ। ਉਸ ਦੀਆਂ ਰਚਨਾਵਾਂ ਦੇ ਵਿੱਚ ਜੀ ਕੀ ਵੇਖਣ ਨੂੰ ਮਿਲਦਾ ਜੀ, ਲਿਖਤਾਂ ਵਿੱਚ ਵਿਚਾਰ ਜਜ਼ਬੇ ਦੇ ਸੁੰਦਰ ਸੁਮੇਲ ਨੂੰ ਆਪਾਂ ਵੇਖ ਸਕਦੇ ਹਾਂ। ਉਸ ਦੀ ਜੋ ਮਾਨਵ ਹਤੈਸੀ ਸੱਚੀ ਸੁੱਚੀ ਦ੍ਰਿਸ਼ਟੀ ਆ ਉਹ ਆਪਾਂ ਨੂੰ ਵੇਖਣ ਨੂੰ ਮਿਲਦੀ ਆ। ਅਤੇ ਮੁਰਾਦ ਸਾਹਨੀ ਦੀ ਜੀ ਪੰਜਾਬੀ ਦਾ ਜੀ ਮਾਣਮੱਤਾ ਸਾਹਿਤਕਾਰ ਬਣਾਉਂਦੀ ਹੈ। ਇਹ ਗੁਣ ਨੇ ਜੀ ਉਸ ਦੇ ਵਿੱਚ, ਵਾਰਤਕ ਦੇ ਵਿੱਚ, ਹੋਰ ਰਚਨਾਵਾਂ ਦੇ ਵਿੱਚ, ਜਿਹਦੇ ਕਰਕੇ ਉਹਦੀ ਬਹੁਤ ਜ਼ਿਆਦਾ ਪ੍ਰਸਿੱਧੀ ਹੈ, ਲੋਕਾਂ ਦੇ ਵਿੱਚ ਉਹ ਹਰਮਨ ਪਿਆਰਾ ਹੁੰਦਾ। ਜੋ ਉਹਨਾਂ ਦੀਆਂ 3 ਰਚਨਾਵਾਂ ਨੇ ਜੋ ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਛਪਦੀਆਂ ਨੇ। ਮੁੜ ਵੇਖਿਆ ਪਿੰਡ ਜੀ ਉਹਨਾਂ ਦੀ ਰਚਨਾ ਬਹੁਤ ਜ਼ਿਆਦਾ ਪ੍ਰਸਿੱਧ ਹੈ, ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਹੈ। ਇਹ ਕੁਛ ਤੁਹਾਨੂੰ ਬਰਾਜ ਦੇ ਬਾਰੇ ਕੁਛ ਦੱਸੇ ਹੋਏ ਪੱਖ ਸੀਗੇ ਜੋ ਤੁਹਾਡੇ ਸ਼ਾਇਦ ਬਹੁਤ ਕੰਮ ਆ ਜਾਣ, ਉਹਨਾਂ ਦੇ ਬਾਰੇ ਡਿਟੇਲ ਦਿੱਤੀ ਹੈ। ਉਮੀਦ ਕਰਦਾ ਤੁਹਾਨੂੰ ਪਸੰਦ ਆਊਗੀ।
ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ। ਆਪਣੀਆਂ ਜੋ ਮਾਸਟਰ ਕੈਡਰ ਪੰਜਾਬੀ, ਮਾਸਟਰ ਕੈਡਰ ਹਿਸਟਰੀ ਨਾਲ ਸੰਬੰਧਿਤ ਕਲਾਸਾਂ ਚੱਲ ਰਹੀਆਂ ਨੇ। ਜੇਕਰ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਜੀ, ਇਸ ਨੰਬਰ ਦੇ ਉੱਪਰ ਆਪਦਾ ਮੈਸੇਜ ਕਰ ਸਕਦੇ ਹੋ, ਨਾਮ ਸਿਟੀ ਲਿਖ ਕੇ ਜੀ। ਇਸ ਤੋਂ ਇਲਾਵਾ ਜੀ ਜੇਕਰ ਕਲਾਸਾਂ ਦੇ ਬਾਰੇ ਕੋਈ ਜੁਆਇਨ ਕਰਨਾ ਚਾਹੁੰਦੇ ਹੋ ਜੀ, ਜੁਆਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀ ਅਗਲੀਆਂ ਕਲਾਸਾਂ ਜੋ ਸੀਟੈਟ ਦੀਆਂ ਸਟਾਰਟ ਹੋਣਗੀਆਂ ਅਤੇ ਨੈਟ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜੀ, ਉਹਨਾਂ ਦੇ ਟੈਸਟ ਵਗੈਰਾ ਵੀ, ਹੋਰ ਚੀਜ਼ਾਂ ਵੀ। ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਜੀ, ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਨਾਲ ਸ਼ੇਅਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ। ਮਿਲਦੇ ਹਾਂ ਅਗਲੇ ਟੌਪਿਕ ਨੂੰ ਲੈ ਕੇ ਜੀ। ਧੰਨਵਾਦ।